ਗੁਰੂ ਜੀ ਜਿਤਾ ਸਮੁੰਦ ਸਾਗਰ ਨੀਰ ਭਰਿਆ, ਤਿਤੇ ਔਗਨ ਹਮਾਰੀ ਦਇਆ ਕਰਹੁ ਕਿਛ ਮਿਹਰ ਉਪਾਵੋ। ਡੁਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਪਿਤਰ ਵਗੈ ਕਾਤੀ ਰਨਵਤ ਨਾਨਕ ਹੁਕਮ ਪਛਾਨੈ। ਸੁਖ ਹੋਵੈ ਦਿਨ ਰਾਤੀ ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ। ਜਿਨ ਤੂੰ ਨਾਹੀ ਵਿਸਰਿਆ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਇਹ ਪਿਤਰ ਤੇ ਇਨ ਕੋ ਡਾਰੋ, ਆਪਨਾ ਨਿਕਟ ਬੁਲਾਵੋ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇਨ ਨਾ ਜੋਰ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨਾ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਰੋਜ਼ਾਨਾ ਹੀ ਬੈਠ ਕਰਕੇ ਲੜੀਵਾਰ ਜੋ ਵਿਚਾਰ ਹੈ, ਜੋ ਕੁਝ ਦਿਨਾਂ ਤੋਂ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਜਿਹੜੀ ਸੀ ਉਹ ਆਪਾਂ ਪ੍ਰਾਰੰਭ ਕੀਤੀ ਹੈ। ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਗੁਰਮਤਿ ਵਿਚਾਰ ਕਰਦੇ ਹਾਂ। ਅੱਜ ਆਖਰੀ ਦੀਵਾਨ ਦੀ ਹਾਜ਼ਰੀ ਹੈ ਤੇ ਜੋ ਕੁਝ ਪੌੜੀਆਂ ਕੱਲ ਦੇ ਦੀਵਾਨ ਦੇ ਵਿੱਚ 32 ਪੌੜੀਆਂ ਤੱਕ ਗੁਰਮਤਿ ਵਿਚਾਰਾਂ ਦੀ ਆਪਾਂ ਸਾਂਝ ਕਰ ਚੁੱਕੇ ਹਾਂ। ਉਸ ਤੋਂ ਅਗਲੇਰੀ ਵਿਚਾਰ ਦੀ ਅੱਜ ਪ੍ਰਾਰੰਭਤਾ ਕਰਨੀ ਹੈ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਇਕਾਗਰ ਕਰੋ ਔਰ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦੀ ਕਿਰਪਾ ਕਰਨ ਵਿੱਚ ਵਰਤਨ ਔਰ ਜੋ ਵਿਚਾਰ ਅਸੀਂ ਰੋਜ਼ਾਨਾ ਬੈਠ ਕਰਕੇ ਸਤਿਗੁਰ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਕੀਤੇ, ਸਰਵਣ ਵੀ ਕੀਤੇ, ਵਿਚਾਰ ਨੂੰ ਸਾਂਝਿਆ ਵੀ ਕੀਤਾ,
ਸਤਿਗੁਰ ਮਹਾਰਾਜ ਪਾਤਸ਼ਾਹ ਦੀ ਕਿਰਪਾ ਕਰਨ ਕਿ ਉਹ ਵਿਚਾਰਾਂ ਸਾਡੇ ਜੀਵਨ ਦਾ ਹਿੱਸਾ ਬਣ ਸਕੇ। ਉਸ ਵਿਚਾਰਾਂ ਤੇ ਚੱਲਦਿਆਂ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਆਪ ਸੰਗਤ ਬਖਸ਼ੋ ਆਸੀਸ। ਅਦਬ ਪਿਆਰ ਸਤਿਕਾਰ ਸਹਿਤ ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣਾ ਕਰੀਏ। ਰਸਨਾ ਨੂੰ ਕਰੋ ਪਵਿੱਤਰ। ਪਿਆਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਰੋ ਜੀ ਕਿਰਪਾ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਜੋ ਉਹਨਾਂ ਨੇ ਬਖਸ਼ਿਸ਼ ਕੀਤੀ 32 ਪੌੜੀਆਂ ਤੋਂ ਅਗਲੇਰੀ 33ਵੀਂ ਪੌੜੀ ਦੀਆਂ ਆਰੰਭਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ। ਆਖਣ ਜੋਰ ਚੁਪੈ ਨਹੀਂ ਜੋਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਇਹ ਗੱਲ ਸਪਸ਼ਟ ਕੀਤੀ ਹੈ ਕਿ ਜਿਹੜਾ ਪਰਮਾਤਮਾ ਹੈ ਉਸ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਤੇ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਜਿਹੜੀ ਉਹਦੀ ਕਲਾ ਵਰਤਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਉਹਦੇ ਹੱਥ ਵਿੱਚ ਜ਼ੋਰ ਹੈ, ਤਾਕਤ ਹੈ ਤੇ ਕਿਸੇ ਸੰਸਾਰੀ ਦਾ ਜਿਹੜਾ ਜ਼ੋਰ ਹੈ ਉਹ ਪਰਮਾਤਮਾ ਤੇ ਚੱਲ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਆਖਣ ਜੋਰ ਚੁਪੈ ਨਹੀਂ ਜੋਰ। ਮਹਾਰਾਜ ਕਹਿੰਦੇ ਆਖਣ ਤੋਂ ਇੱਥੇ ਭਾਵ ਹੈ ਬੋਲਣ ਵਿੱਚ। ਮਹਾਰਾਜ ਕਹਿੰਦੇ ਚੁੱਪੇ ਤੋਂ ਭਾਵ ਹੋ ਗਿਆ ਚੁੱਪ ਕਰ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਆਰੰਭਤਾ ਕਰਦੇ ਨੇ ਕਿ ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਸਾਡਾ ਕੋਈ ਆਪਣਾ ਇਖਤਿਆਰ ਨਹੀਂ ਹੈ, ਨਹਿ ਜੋਰ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਨਹਿ ਜੋਰ ਸ਼ਬਦ ਜਿਹੜਾ ਹੈ ਉਹ ਪਿਛਲੇ ਪਾਸੇ ਜਾ ਕੇ ਵਰਤਿਆ ਪੰਕਤੀ ਦੇ ਤੇ ਬਾਕੀ ਪੰਕਤੀਆਂ ਵਿੱਚ ਮਹਾਰਾਜ ਜੋਰ ਨਾ ਹਰ ਪੰਕਤੀ ਦੇ ਅੱਗੇ ਵਰਤਣਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹਿ ਜੋਰ, ਕਿਸ ਉੱਤੇ ਜੋਰ ਨਹੀਂ ਸਾਡਾ। ਮਹਾਰਾਜ ਕਹਿੰਦੇ ਨੇ ਆਖਣ ਜੋਰ ਚੁੱਪੈ ਨਹਿ ਜੋਰ, ਨਾ ਆਖਣ ਵਿੱਚ ਤੇ ਨਾ ਚੁੱਪ ਰਹਿਣ ਦੇ ਵਿੱਚ। ਪਰ ਸੱਚੀ ਗੱਲ ਇਹ ਹੈ ਕਿ ਜਦੋਂ ਕੋਈ ਭਗਤੀ ਦੇ ਮਾਰਗ ਦੇ ਉੱਤੇ ਚੱਲਦਾ ਹੈ ਤੇ ਆਪਣੇ ਆਪ ਨੂੰ ਉਹ ਸਮਰਪਣ ਕਰ ਦਿੰਦਾ ਹੈ ਪਾਤਸ਼ਾਹ ਦੇ ਅੱਗੇ, ਫਿਰ ਉਹ ਜੋ ਬੋਲਦਾ ਹੈ ਤੇ ਉਹਨੂੰ ਇਹ ਆਖਿਆ ਜਾਂਦਾ ਹੈ ਕਿ ਜੋ ਬੁਲਾਵੇ ਤੇ ਉਹ ਬੋਲੇ ਸੁਆਮੀ। ਜਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਉਹ ਚੁੱਪ ਕਰਾ ਦੇਵੇ ਤੇ ਫਿਰ ਇਹ ਆਖਿਆ ਜਾਂਦਾ ਹੈ ਕਿ ਜੇ ਤੂੰ ਚੁੱਪ ਕਰਾ ਦਿੱਤਾ ਇਹ ਵੀ ਤੇਰੀ ਵਡਿਆਈ, ਤੇਰੀ ਉਪਮਾ, ਤੇਰੀ ਰਹਿਮਤ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋਰ ਨਾ ਮੰਗਣ, ਦੇਣ ਨਾ ਜੋਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਥੇ ਸ਼ਬਦ ਫਿਰ ਨੰਨਾ ਜਿਹੜਾ ਹੈ ਉਹ ਮੁਕਤਾ ਆਵੇਗਾ। ਮੁਕਤੇ ਤੋਂ ਭਾਵ ਕਿ ਬਿਨਾਂ ਕਿਸੇ ਲਗਾ ਮਾਤਰਾ ਤੋਂ ਇੱਥੇ ਨੰਨੇ ਦੀ ਵਰਤੋਂ ਕੀਤੀ ਹੈ ਮਹਾਰਾਜ ਨੇ। ਤੇ ਰੋਜ਼ਾਨਾ ਹੀ ਇਹ ਬੇਨਤੀ ਜ਼ਰੂਰ ਕਰਦਾ ਹੈ ਕਿ ਜੇ ਲਗਾ ਮਾਤਰਾ ਨਹੀਂ ਲੱਗੀ ਤੇ ਕੋਲੋਂ ਲਾ ਕਰਕੇ ਨਹੀਂ ਪੜਨਾ। ਕੋਲੋਂ ਲਗਾ ਮਾਤਰਾ ਲਾ ਕੇ ਨਾ ਉਚਾਰਨ ਨਹੀਂ ਕਰਨਾ, ਇਹਦਾ ਉਚਾਰਨ ਹੈ ਜੋਰ ਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੰਗਣ ਤੇ ਦੇਣ ਵਿੱਚ। ਹੁਣ ਕੁਝ ਜਿਹੜੇ ਨੇ ਉਹ ਮੰਗਦੇ ਪਏ ਨੇ, ਕੁਝ ਜਿਹੜੇ ਨੇ ਉਹ ਲੋਕਾਂ ਨੂੰ ਵੰਡਦੇ ਪਏ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚੱਲਦੀ ਹੈ ਤੇ ਨਾ ਹੀ ਵੰਡਣ ਵਾਲਿਆਂ ਵਿੱਚ ਸਾਡੀ ਮਨ ਮਰਜ਼ੀ ਚੱਲ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਹੈ ਇਹ ਵੀ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਉਹ ਆਪਣੀ ਪਾਵਨ ਰਚਨਾ ਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਬਚਨ ਵੀ ਕਹੇ। ਮਹਾਰਾਜ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ ਦੇਖੋ ਕਿ ਕਿਤੇ ਤਾਂ ਹੈ ਪਰਮਾਤਮਾ ਤੂੰ ਰਾਜਾ ਹੋ ਕੇ ਸਾਰੇ ਦੇਸ਼ਾਂ ਨੂੰ ਦੱਬਦਾ ਪਿਆ ਹੈ। ਕਤਹੂ ਮਹਾਰਾਜ ਕਹਿੰਦੇ ਕਿਸੇ ਵੇਲੇ ਤੂੰ ਰਾਜਾ ਬਣ ਕੇ ਸਾਰੇ ਦੇਸ਼ਾਂ ਨੂੰ ਦੱਬ ਲੈਣਾ ਹੈ, ਕਿਤੇ ਤੂੰ ਭਿਖਾਰੀ ਹੋ ਕੇ ਸਾਰੇ ਥਾਵਾਂ ਤੇ ਭੀਖ ਮੰਗਦਾ ਪਿਆ ਹੈ।
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ। ਤੇ ਮਹਾਰਾਜ ਕਹਿੰਦੇ ਨੇ ਕਿ ਜੇ ਇਹਦੇ ਤੋਂ ਭਾਵ ਇਹ ਹੈ ਕਿ ਇਹ ਪਰਮਾਤਮਾ ਜਦੋਂ ਭਿਖਾਰੀ ਕੋਈ ਮੰਗਦਾ ਪਿਆ ਹੈ, ਉੱਥੇ ਵੀ ਤੂੰ ਵੱਖ ਨਹੀਂ ਹੁੰਦੇ ਤੂੰ ਹੁੰਦਾ ਪਿਆ। ਭਿਖਾਰੀ ਦੇ ਅੰਦਰ ਪਰਮਾਤਮਾ ਹੈ, ਤੇ ਜਦੋਂ ਤੂੰ ਦੇਸ਼ ਤੇ ਰਾਜ ਕਰਦਾ ਪਿਆ ਹੈ, ਉਸ ਰਾਜੇ ਦੇ ਵਿੱਚ ਵੀ ਪਰਮਾਤਮਾ ਹੈ। ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਦੇਖੋ ਤੂੰ हे ਵਾਹਿਗੁਰੂ ਜੀ, ਤੇਰੀ ਇਹ ਕੈਸੀ ਵਿਡੰਬਨਾ ਹੈ, ਤੇਰੀ ਇਹ ਕੈਸੀ ਖੇਡ ਆ, ਕਿਤੇ ਤੂੰ ਭਿਖਾਰੀ ਹੋ ਕੇ ਭੀਖ ਮੰਗ ਕੇ ਦਿਖਾਉਂਦਾ ਪਿਆ ਤੇ ਕਿਤੇ ਰਾਜਾ ਹੋ ਕੇ ਦਾਤਾਂ ਵੰਡਦਾ ਪਿਆ ਹੈ। ਤਾਂ ਤੂੰ ਹੁਣ ਸੁਚੇਤ ਹੋ ਕੇ ਚੇਤਨਾ ਪੁਚਾਰ ਕੀਓ। ਕਿਤੇ ਪਰਮਾਤਮਾ ਤੂੰ ਸੁਚੇਤ ਇੰਨਾ ਹੈ ਕਿ ਚੇਤਨਤਾ ਹੋ ਕਰਕੇ ਅਨੇਕਾਂ ਗ੍ਰੰਥ ਰਚਦਾ ਪਿਆ ਹੈ, ਤੇ ਕਿਤੇ ਮੂੜ ਹੋ ਕੇ ਜੜ ਬਣ ਕਰਕੇ ਜਿਹੜਾ ਹੈ ਉਹ ਲੋਕਾਂ ਦੀ ਗੱਲਾਂ ਸੁਣਦਾ ਪਿਆ ਹੈ। ਕਿਤੇ ਤੂੰ ਗੁਪਤ ਰੂਪ ਦੇ ਵਿੱਚ ਜਿਹੜੇ ਵੇਦਾਂ ਦੇ ਮੰਤਰਾਂ ਦਾ ਪਾਠ ਕਰਦਾ ਪਿਆ ਹੈ, ਤੇ ਕਿਤੇ ਤੂੰ ਜਿਹੜਾ ਹੈ ਉਹ ਕਾਜੀ ਹੋ ਕਰਕੇ ਉੱਚੀ ਸਾਰੀ ਪੁਕਾਰੇ ਵਾਂਗ ਦੇਖੂ ਉੱਚੀ ਵਾਂਗ ਵੀ ਤੂੰ ਦਿੰਦਾ ਪਿਆ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਅੱਜ ਇਹੀ ਕਹਿੰਦੇ ਨੇ ਕਿ ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚੱਲਦੀ ਪਈ ਹੈ, ਤੇ ਨਾ ਹੀ ਜਿਹੜੇ ਵੰਡਣ ਵਾਲੇ ਨੇ ਉਹਨਾਂ ਦੀ ਆਪਣੀ ਮਨ ਮਰਜ਼ੀ ਚੱਲਦੀ ਹੈ। ਮਹਾਰਾਜ ਕਹਿੰਦੇ ਜੋਰ ਨਾ ਮੰਗਣ ਦੇਣ ਨਾ ਜੋਰ। ਨਾ ਜੋਰ ਤੋਂ ਭਾਵ ਹੈ ਕਿ ਕੋਈ ਜੋਰ ਨਹੀਂ, ਕੋਈ ਮਨ ਮਰਜ਼ੀ ਨਹੀਂ, ਕੋਈ ਸਾਡੀ ਆਪਣੀ ਉਹਦੇ ਵਿੱਚ ਜਿਹੜੀ ਹੈ ਰਜ਼ਾ ਨਹੀਂ ਹੈ। ਜੋਰ ਨਾ ਜੀਵਨ ਮਰਨ ਨਹ ਜੋਰ। ਹੁਣ ਸਾਨੂੰ ਜੀਵਨ ਮਿਲਿਆ, ਇਹ ਸਾਡਾ ਜੋਰ ਥੋੜੀ ਸੀ, ਸਾਡਾ ਹੱਕ ਥੋੜੀ ਸੀ, ਅਸੀਂ ਮੰਗ ਕੇ ਥੋੜੀ ਲਿਆ, ਇਹ ਉਹਦੀ ਮਰਜ਼ੀ ਸੀ ਤਾਂ ਅਸੀਂ ਜੀਵਨ ਸਾਨੂੰ ਮਿਲਿਆ। ਤੇ ਜਿੱਦਣ ਉਹਦੀ ਮਰਜ਼ੀ ਹੁੰਦੀ ਏ ਉਦੋਂ ਉਹ ਸੰਸਾਰ ਦੇ ਵਿੱਚੋਂ ਜੀਵਾਂ ਨੂੰ ਲੈ ਜਾਂਦਾ ਹੈ। ਕਦੀ ਕਿਸੇ ਨੇ ਦੇਖਿਆ ਕਿ ਉਹ ਜ਼ੋਰ ਲਾ ਲਵੇ ਕਿ ਮੈਂ ਜਾਣਾ ਨਹੀਂ ਸੰਸਾਰ ਤੋਂ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਕਿ ਇਸ ਸੰਸਾਰ ਦੇ ਵਿੱਚ ਜਿਹੜਾ ਆਉਂਦਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਆਇਆ। ਜੰਮਣ ਮਰਨਾ ਹੁਕਮ ਹੈ, ਭਾਵੇਂ ਆਵੇ ਜਾਏ, ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਉਹਦੀ ਆਪਣੀ ਮਰਜ਼ੀ ਕੋਈ ਨਹੀਂ। ਆਪਣੇ ਜੋਰ ਨਾਲ ਨਾ ਤੇ ਸੰਸਾਰ ਦੇ ਵਿੱਚ ਕੋਈ ਆ ਸਕਦਾ ਹੈ, ਤੇ ਨਾ ਆਪਣੀ ਮਰਜ਼ੀ ਜ਼ੋਰ ਦੇ ਨਾਲ ਰਹਿ ਸਕਦਾ ਹੈ। ਤੇ ਯਤਨ ਕਰਨ ਵਾਲੇ ਬਹੁਤ ਨੇ। ਮਹਾਰਾਜ ਪਾਤਸ਼ਾਹ ਕਹਿੰਦੇ ਕਿ ਤਹ ਕਰਦਲ ਕਰਮ ਮਹਾਬਲੀ, ਜਿਹੜੇ ਹੱਥਾਂ ਦੇ ਨਾਲ ਦਲਾਂ ਨੂੰ ਦਲ ਵਾਲੇ ਸਨ, ਮਹਾਬਲੀ ਯੋਧੇ, ਕਰਨ ਵਰਗੇ ਦਰਜੋਧਨ ਵਰਗੇ ਯੋਧੇ, ਉਹ ਸੰਸਾਰ ਦੇ ਵਿੱਚ ਨਹੀਂ ਰਹਿ ਸਕੇ। ਇੱਥੇ ਤਾਂ ਉਹ ਵੀ ਸੰਸਾਰ ਦੇ ਵਿੱਚ ਆਏ ਜਿਨ੍ਹਾਂ ਨੂੰ ਸਤਿਗੁਰ ਮਹਾਰਾਜ ਜੀ ਦੀ ਬਾਣੀ ਕਹਿੰਦੀ ਪਈ ਹੈ 12 ਯੋਜਨ ਛਤਰ ਚਲੇ ਥਾ ਦੇਹੀ ਗਿਰਦ ਨਾ ਖਾਈ। ਉੱਥੇ ਹੁਣ ਦੇਖੋ ਉਹ ਆਪਣੇ ਸਰੀਰ ਨੂੰ ਪੱਥਰ ਦਾ ਵੀ ਬਣਾ ਚੁੱਕਿਆ ਹੈ ਕਿ ਮੈਂ ਮਰਨਾ ਨਹੀਂ, ਮੈਂ ਸੰਸਾਰ ਤੋਂ ਜਾਣਾ ਕਿਤੇ ਨਹੀਂ। ਪਰ ਹਕੀਕਤ ਤਾਂ ਇਹ ਹੈ ਕਿ ਮੌਤ ਤੇ ਉਹਨੂੰ ਵੀ ਆਈ, ਤੇ ਸਰੀਰ ਪੱਥਰ ਦਾ ਬਣਾ ਕੇ ਕੀ ਫਾਇਦਾ ਹੋਇਆ। ਗਿਰਜਾ ਨੇ ਵੀ ਉਹਦੀ ਲਾਸ਼ ਨੂੰ ਨਹੀਂ ਖਾਦਾ। 12 ਯੋਜਨ ਛਤਰ ਚਲੇ ਥਾ ਦੇਹੀ ਗਿਰਦ ਨਾ ਖਾਈ। ਇਹ ਸ਼ਬਦ ਭਗਤ ਜੀ ਦਾ ਤੇ ਆਰੰਭਤਾ ਇੱਥੋਂ ਕਰਦੇ ਨੇ। ਗਹਿ ਜੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ। ਜਿਨ ਤ੍ਰਿਨ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ। ਕਾਹੇ ਦੇ ਨਰ ਗਰਭ ਕਰਤ ਹੋ, ਬਿਨ ਸਜਾਹੇ ਝੂਠੀ ਦੇਹੀ। ਉੱਥੇ ਸਤਿਗੁਰ ਮਹਾਰਾਜ ਕਹਿੰਦੇ ਨੇ ਬੰਦਾ ਯਤਨ ਕਰਦਾ ਹੈ, ਬਹੁਤ ਯਤਨ ਕਰਦਾ, ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ੈ। ਮਹਾਰਾਜ ਗੁਰੂ ਅਰਜਨ ਦੇਵ ਜੀ ਸ਼ਲੋਕ ਸਹਿਸਕ੍ਰਿਤੀ। ਮਹਾਰਾਜ ਕਹਿੰਦੇ ਬਲਵੰਤ ਕਾਰੀ ਤੋਂ ਭਾਵ ਹੈ ਕਿ ਬਲਸ਼ਾਲੀ ਰਾਜਾ ਜਿਹੜਾ ਹੈ ਉਹ ਯਤਨ ਕਰਦਾ ਪਿਆ ਹੈ ਕਿ ਮੈਂ ਮਰਨਾ ਨਹੀਂ ਚਾਹੁੰਦਾ। ਇੱਕ ਗਾਥਾ ਮਿਲਦੀ ਹੈ ਕਿ ਰਾਜਾ ਸ਼ਿਕਾਰ ਖੇਡਣ ਦੇ ਵਾਸਤੇ ਜਿਹੜਾ ਸੀ ਉਹ ਜੰਗਲ ਦੇ ਵਿੱਚ ਗਿਆ ਤੇ ਉਹਨੂੰ ਪਿਆਸ ਬਹੁਤ ਲੱਗੀ। ਉਹਨੇ ਦੇਖਿਆ ਕਿ ਇੱਕ ਸਾਧੂ ਦੀ ਕੁਟੀਆ ਉੱਥੇ ਹੈ। ਉਹਨੇ ਜਾ ਕਰਕੇ ਉਸ ਸਾਧੂ ਨੂੰ ਬੇਨਤੀ ਕੀਤੀ, ਆਵਾਜ਼ ਦਿੱਤੀ ਕਿ ਮੈਨੂੰ ਪਿਆਸ ਲੱਗੀ ਹੈ ਤੇ ਮੈਂ ਪਾਣੀ ਪੀਣਾ ਚਾਹੁੰਦਾ ਹਾਂ। ਅੱਗੋਂ ਆਵਾਜ਼ ਕੋਈ ਨਹੀਂ ਉਸਨੇ ਦਿੱਤੀ। ਰਾਜਾ ਗੁੱਸੇ ਦੇ ਵਿੱਚ ਆਇਆ ਤੇ ਉਹਨੇ ਦੇਖਿਆ ਕਿ ਸ਼ਾਇਦ ਇਹ ਪਖੰਡ ਕਰਦਾ ਪਿਆ ਹੈ ਕਿ ਅੱਖਾਂ ਮੀਟ ਕੇ ਚੌਕੜੀ ਮਾਰ ਕੇ ਬੈਠ ਗਿਆ। ਇਹ ਭਗਤੀ ਕੋਈ ਨਹੀਂ ਕਰਦਾ ਪਿਆ, ਇਹ ਪਖੰਡ ਕਰਦਾ ਪਿਆ ਹੈ। ਉਹਨੇ ਲਾਗੇ ਦੇਖਿਆ ਕਿ ਇੱਕ ਮਰਿਆ ਹੋਇਆ ਸੱਪ ਪਿਆ ਸੀ। ਉਹਨੇ ਕਿਰਪਾਨ ਦੇ ਨਾਲ ਚੁੱਕਿਆ ਤੇ ਸਾਧੂ ਦੇ ਗਲ 'ਚ ਪਾਤਾ ਕਿ ਡਰ ਜਾਏਗਾ ਤੇ ਇਹ ਸਮਾਧੀ ਖੋਲੇਗਾ ਤੇ ਨਾਲੇ ਤੇ ਮੈਨੂੰ ਪੁੱਛਾਂਗਾ ਦੇਖ ਤੇਰਾ ਪਖੰਡ ਕਿੰਨੀ ਛੇਤੀ ਉਗੜ ਗਿਆ।
ਤੇ ਦੂਸਰਾ ਨਾਲੇ ਮੇਰੀ ਪਿਆਸ, ਮੇਰੀ ਲੋੜ ਪੂਰੀ ਹੋ ਜਾਏਗੀ। ਉਹਦਾ ਨਾਮ ਸੀ ਸਰਿੰਗੀ ਰਿਸ਼ੀ। ਸਰਿੰਗੀ ਰਿਸ਼ੀ ਦੇ ਗਲ ਦੇ ਵਿੱਚ ਰਾਜੇ ਨੇ ਸੱਪ ਪਾ ਦਿੱਤਾ, ਪਰ ਉਹ ਸਮਾਧੀ ਦੇ ਵਿੱਚ ਇੰਨਾ ਤਲੀਨ ਸੀ, ਉਹਨੂੰ ਕੋਈ ਪਤਾ ਨਹੀਂ ਕਿ ਮੇਰੇ ਗਲ ਦੇ ਵਿੱਚ ਕਿਸੇ ਨੇ ਸੱਪ ਪਾਇਆ। ਪਰ ਰਾਜੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਨਹੀਂ, ਇਹਦੀ ਸਮਾਧੀ ਠੀਕ ਹੈ। ਉਹਨੇ ਜਦੋਂ ਦੇ ਸਾਥੀ ਆਏ ਤੇ ਉਹ ਵਾਪਸ ਉਹ ਚਲੇ ਗਿਆ। ਸੱਪ ਉਸ ਰਿਸ਼ੀ ਦੇ ਗਲ ਦੇ ਵਿੱਚ ਆ। ਸਰਿੰਗੀ ਰਿਸ਼ੀ ਦਾ ਪੁੱਤਰ ਸੀ ਭਰਿੰਗੀ ਰਿਸ਼ੀ। ਜਦੋਂ ਉਹ ਜੰਗਲ ਦੇ ਵਿੱਚ ਕਿਤੇ ਗਿਆ ਸੀ ਕੁਝ ਲੈਣ ਵਾਸਤੇ, ਜਿਵੇਂ ਕੁਝ ਖਾਣ ਪੀਣ ਦਾ ਪ੍ਰਬੰਧ ਕਰਨ ਵਾਸਤੇ, ਜਦੋਂ ਉਹ ਵਾਪਸ ਆਇਆ ਤਾਂ ਉਹਨੇ ਵੇਖਿਆ ਕਿ ਮੇਰੇ ਪਿਤਾ ਦੇ ਗਲ ਦੇ ਵਿੱਚ, ਸਰਿੰਗੀ ਰਿਸ਼ੀ ਦੇ ਗਲ ਦੇ ਵਿੱਚ ਕਿਸੇ ਨੇ ਮੁਰਦਾ ਸੱਪ ਪਾਇਆ ਹੋਇਆ ਹੈ। ਉਹਨੂੰ ਗੁੱਸਾ ਆਇਆ। ਉਹਨੇ ਜਿਵੇਂ ਪੁਰਾਣੀਆਂ ਕਥਾਵਾਂ ਸੀ ਕਿ ਉਹਨੇ ਸ਼ਰਾਪ ਦਿੱਤਾ ਕਿ ਜਿਹਨੇ ਮੇਰੇ ਪਿਤਾ ਦੇ ਨਾਲ ਮਜ਼ਾਕ ਕੀਤਾ ਹੈ, ਉਹਦੀ 1 ਹਫ਼ਤੇ ਬਾਅਦ ਸੱਪ ਦੇ ਲੜਨ ਨਾਲ ਮੌਤ ਹੋਵੇਗੀ। ਇਹਨੇ ਚਿਰ ਨੂੰ ਸਮਾਧੀ ਪਿਤਾ ਦੀ ਖੁੱਲੀ। ਸਰਿੰਗੀ ਰਿਸ਼ੀ ਨੇ ਕਿਹਾ, ਕਹਿਣ ਲੱਗਾ, ਨਹੀਂ ਦੇਖ, ਇਹ ਤੂੰ ਗਲਤੀ ਕੀਤੀ ਹੈ। ਜਿਹਨੇ ਸੱਪ ਪਾਇਆ ਉਹਨੇ ਜਾਣ ਬੁੱਝ ਕੇ ਨਹੀਂ ਪਾਇਆ, ਤੇ ਉਹ ਰਾਜਾ ਬੜਾ ਧਰਮੀ ਆ। ਕਹਿੰਦੇ ਫਿਰ ਹੁਣ ਹੋ ਨਹੀਂ ਕੁਝ ਵੀ ਸਕਦਾ, ਮੈਂ ਕਹਿ ਦਿੱਤਾ, ਬਸ ਹੁਣ ਸੱਪ ਲੜੇਗਾ। ਉਹਨੂੰ ਤਕਸ਼ਨਾਗ ਜਿਹੜਾ ਹੈ ਉਹ ਡੰਗ ਮਾਰੇਗਾ ਤੇ ਇਸ ਰਾਜੇ ਦੀ ਮੌਤ ਹੋਵੇਗੀ। ਸਰਿੰਗੀ ਰਿਸ਼ੀ ਰਾਜੇ ਦੇ ਕੋਲ ਗਿਆ। ਰਾਜੇ ਨੂੰ ਜਾ ਕੇ ਦੱਸਿਆ ਕਿ ਇੰਨੇ ਦਿਨਾਂ ਬਾਅਦ ਤੇਰੀ ਮੌਤ ਹੋਣੀ ਹੈ ਤੇ ਸੱਪ ਨੇ ਤੈਨੂੰ ਡੰਗ ਮਾਰਨਾ। ਜੇ ਤੂੰ ਆਪਣਾ ਕੋਈ ਬਚਾਅ ਕਰ ਸਕਦਾ ਹੈ ਤੇ ਤੂੰ ਕਰ ਲਾ। ਉਸ ਰਾਜੇ ਨੇ ਇੱਕ ਜਿਹੜਾ ਕੋਈ ਰਹਿਣ ਵਾਲੀ ਜਗ੍ਹਾ ਜਿਹੜੀ ਸੀ ਬਹੁਤ ਉੱਚੀ ਥਾਂ ਤੇ ਬਣਾਈ, ਜਿੱਥੇ ਆਸੇ-ਪਾਸੇ ਸਾਰੇ ਪਾਣੀ ਆ ਤੇ ਕੋਈ ਜਿਵੇਂ ਕਹਿ ਲਓ ਕਿ ਮੱਛਰ ਵੀ ਨਹੀਂ ਉੱਥੇ ਪਹੁੰਚ ਸਕਦਾ। ਇਨੀ ਵਿਖਮ ਥਾਂ ਦੇ ਉੱਤੇ ਉਹਨੇ ਆਪਣਾ ਇੱਕ ਰਹਿائش ਬਣਾਈ ਤੇ ਉੱਥੇ ਜਾ ਕੇ ਉਹਨੇ ਨਾਲੇ ਰੱਬ ਦੀ ਪੂਜਾ ਵਾਸਤੇ ਕੁਝ ਜਿਹੜੇ ਧਾਰਮਿਕ ਲੋਕ ਪੰਡਤ ਸਨ ਉਹਨਾਂ ਨੂੰ ਲੈ ਕੇ ਗਿਆ ਤੇ ਜੱਗ ਸ਼ੁਰੂ ਕਰ ਦਿੱਤਾ, ਹਵਨ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸੂਰਮੇ ਜਿਹੜੇ ਸਨ, ਯੋਧੇ ਜਿਹੜੇ ਸਨ, ਉਹਨਾਂ ਨੂੰ ਨਾਲ ਰੱਖ ਲਿਆ। ਕਹਿਣ ਲੱਗਾ ਕਿ ਤੁਸੀਂ ਮੇਰੀ ਰਾਖੀ ਕਰਨੀ ਆ। ਹੁਣ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਉੱਥੇ ਉਦਾਹਰਨ ਦਿੰਦੇ ਪਏ ਨੇ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ੈ ਵਿਖਮ ਥਾਨ ਬਸੰਤ ਉੱਚੇ। ਉਹ ਉੱਚੇ ਥਾਂ ਤੇ ਵਿਖਮ ਥਾਂ ਦੇ ਉੱਤੇ ਜਾ ਕਰਕੇ ਉਹਨੇ ਰਹਿائش ਬਣਾ ਲਈ। ਪਰ ਮਹਾਰਾਜ ਕਹਿੰਦੇ ਨੇ, ਆਹੋ ਜਦੋਂ ਪੈਂਦੇ ਨੇ ਪਰਮਾਤਮਾ ਦੀ ਆਗਿਆ ਆਉਂਦੀ ਹੈ, ਹੁਕਮ ਆਉਂਦਾ ਹੈ, ਕਹਿੰਦੇ ਨੇ ਫਿਰ ਬੰਦਾ ਬਚਨ ਦੇ ਬਹੁਤ ਯਤਨ ਕਰ ਲਵੇ। ਪਰ ਸਤਿਗੁਰੂ ਮਹਾਰਾਜ ਕਹਿੰਦੇ, ਹੋਵਨ ਤੇ ਆਗਿਆ ਭਗਵਾਨ ਪੁਰਖੇ ਨਾਨਕ ਕੀਤੀ ਸਾਸ ਅਕਰਖ ਤੇ। ਕਹਿੰਦੇ ਨੇ ਕਿ ਜਦੋਂ ਭਗਵਾਨ ਪੁਰਖ ਦੀ ਆਗਿਆ ਆਈ ਤੇ ਰੱਬ ਜਦੋਂ ਸਵਾਸ ਕੱਢਣ ਤੇ ਆਵੇ ਤੇ ਇੱਕ ਕੀੜੀ ਦੇ ਰਾਹੀਂ ਵੀ ਸਵਾਸ ਕੱਢਦਾ ਹੈ। ਇਹ ਤੋਂ ਫਿਰ ਅੱਗੇ ਕਹਾਣੀ, ਇਹ ਗਾਥਾ ਚੱਲਦੀ ਆ। ਕਹਿੰਦੇ ਨੇ ਇੱਕ ਪਾਸੇ ਧਨਵੰਤਰ ਵੈਦ ਚੱਲਿਆ। ਸਾਖੀ ਚਲੋ ਪੂਰੀ ਕਰ ਦਈਏ ਕਿ ਇੱਕ ਪਾਸੇ ਧਨਵੰਤਰ ਵੈਦ ਤੁਰਦਾ ਹੈ ਤੇ ਇੱਕ ਪਾਸੇ ਤਸ਼ਟ ਨਾਗ ਤੁਰਦਾ ਹੈ। ਦੋਨਾਂ ਦਾ ਰਸਤੇ ਦੇ ਵਿੱਚ ਮਿਲਾਪ ਹੋਇਆ। ਹੁਣ ਦੋਨਾਂ ਨੇ ਇੱਕ ਦੂਜੇ ਦਾ ਜਿਵੇਂ ਪੁੱਛਿਆ ਕਿ ਤੂੰ ਕਿੱਥੇ ਚੱਲਿਆ? ਉਹ ਕਹਿੰਦਾ ਮੈਂ ਧਨਵੰਤਰ ਵੈਦ ਆ ਤੇ ਮੈਂ ਰਾਜੇ ਪ੍ਰਿਸ਼ੀਅਤ ਨੂੰ ਬਚਾਉਣ ਵਾਸਤੇ ਚੱਲਿਆ। ਉਹਨੇ ਕਿਹਾ ਕਿ ਤੂੰ ਕੌਣ? ਕਹਿੰਦਾ ਮੈਂ ਇੱਛਾਧਾਰੀ ਨਾਗ ਹਾਂ, ਤਕਸ਼ ਨਾਗ ਹਾਂ, ਮੈਂ ਰਾਜੇ ਪ੍ਰਿਸ਼ੀਅਤ ਨੂੰ ਮਾਰਨ ਵਾਸਤੇ ਚੱਲਿਆ। ਕਹਿੰਦੇ ਫਿਰ ਤੇ ਆਪਣੇ ਰਾਹ ਵੱਖੋ ਵੱਖਰੇ ਨੇ, ਪਰ ਕਿਉਂ ਨਾ ਆਪਾਂ ਇੱਕ ਦੂਜੇ ਦੀ ਤਾਕਤ ਤੇ ਦੇਖੀਏ। ਉਹਨੇ ਕਿਹਾ ਹਾਂ ਜ਼ਰੂਰ ਦੇਖਦੇ ਆ। ਤਕਸ਼ ਨਾਗ ਨੇ ਸਾਹਮਣੇ ਇੱਕ ਹਰੇ ਭਰੇ ਰੁੱਖ ਨੂੰ ਫੂਕ ਮਾਰੀ ਤੇ ਸੁਆਹ ਕਰ ਦਿੱਤਾ। ਧਨਵੰਤਰ ਵੈਦ ਨੇ ਕੁਝ ਜਲ ਕੱਢਿਆ, ਉਹਨੇ ਉਹਦੇ ਉੱਤੇ ਪਾ ਦਿੱਤਾ ਤੇ ਉਹ ਫਿਰ ਦਰਖਤ ਹਰਿਆ ਭਰਿਆ ਹੋ ਗਿਆ। ਉਹ ਕਹਿੰਦਾ ਨਹੀਂ, ਤੇਰੇ ਤੇ ਮੇਰਾ ਰਾਹ ਵੱਖੋ ਵੱਖਰਾ ਹੈ। ਹੁਣ ਰਾਹ ਦੋਵਾਂ ਨੇ ਵੱਖੋ ਵੱਖਰੇ ਕਰ ਲਏ। ਕਹਿੰਦੇ ਇਕੱਠੇ ਨਹੀਂ ਜਾਣਾ ਆਪਾਂ। ਪਰ ਤਕਸ਼ ਨਾਗ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਮੈਂ ਮਾਰ ਦਿੱਤਾ ਤੇ ਇਹਨੇ ਬਚਾ ਲੈਣਾ ਹੈ। ਹੁਣ ਤਕਸ਼ ਨਾਗ ਨੇ ਰੂਪ ਬਦਲਿਆ। ਉਸ ਧਨਵੰਤਰ ਵੈਦ ਦੇ ਰਸਤੇ ਦੇ ਵਿੱਚ ਜਿਵੇਂ ਬੜੀ ਸੋਹਣੀ ਖੁੰਡੀ ਸੋਟੀ ਬਣ ਕੇ ਨਾ ਰਸਤੇ ਵਿੱਚ ਪਿਆ ਤੇ ਧਨਵੰਤਰ ਵੈਦ ਤੁਰਿਆ ਜਾਂਦਾ, ਉਹਦੀ ਨਿਗਾਹ ਪਈ, ਨੇ ਉਹ ਸੋਟੀ ਫੜ ਲਈ ਤੇ ਤੁਰੇ ਤੁਰੇ ਜਾਂਦਿਆਂ ਜਿਵੇਂ ਆਦਤ ਹੁੰਦੀ ਕਿਸੇ ਨੂੰ ਕਿ ਲੱਕ ਦੇ ਵਿੱਚ ਸੋਟੀ ਮਾਰ ਕੇ ਖੁਰਕਣ ਲੱਗਿਆ। ਉਹਨੇ ਜਦੋਂ ਸੋਟੀ ਲੱਕ ਦੇ ਵਿੱਚ ਮਾਰੀ ਤੇ ਉਹਨੇ ਸੱਪ ਦਾ ਰੂਪ ਧਾਰਨ ਕਰ ਲਿਆ, ਕਿਉਂਕਿ ਧਨਵੰਤਰ ਵੈਦ ਕਹਿੰਦਾ ਸੀ ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਮੈਂ ਕਿਸੇ ਨੂੰ ਮਰਨ ਨਹੀਂ ਦਵਾਂਗਾ ਤੇ ਪਿੱਛੇ ਨਿਗਾਹ ਨਹੀਂ ਸੀ ਜਾਣੀ। ਹੁਣ ਜਦੋਂ ਪਿੱਛੇ ਉਹਨੇ ਸੋਟੀ ਨੂੰ ਕੀਤਾ ਤੇ ਉਹ ਸੱਪ ਨੇ ਡੰਗ ਮਾਰਿਆ ਤੇ ਧਨਵੰਤਰ ਵੈਦ ਦੀ ਮੌਤ ਹੁੰਦੀ ਆ। ਹੁਣ ਸੀ ਕਿ ਰਾਜਾ ਜਿਹੜਾ ਹੈ ਉਹ ਵਿਖਮ ਥਾਂ ਤੇ ਰਹਿੰਦਾ ਪਿਆ ਏ।
ਯਤਨ ਉਹਨੇ ਇੰਨੇ ਕੁ ਕਰੜੇ ਕੀਤੇ ਹੋਏ ਨੇ ਕਿ ਮੱਖੀ ਪਰ ਮੱਛਰ ਵੀ ਨਹੀਂ ਉੱਥੇ ਪਹੁੰਚਦਾ ਤੇ ਸੱਪ ਕਿਵੇਂ ਉੱਥੇ ਪਹੁੰਚੇਗਾ। ਉੱਥੇ ਫਿਰ ਤਕਸ਼ਨਾਗ ਨੇ ਫੁੱਲਾਂ ਦੇ ਵਿੱਚ ਇੱਕ ਕੀੜੀ ਨਿੱਕੀ ਜਿਹੀ ਦਾ ਰੂਪ ਧਾਰਨ ਕੀਤਾ ਤੇ ਫੁੱਲ ਦੇ ਵਿੱਚ ਜਾ ਕੇ ਬੈਠ ਗਿਆ। ਹੁਣ ਜਦੋਂ ਰਾਜਾ ਜਿਹੜਾ ਸੀ ਹਮਨ ਕਰਦਾ ਪਿਆ ਤੇ ਉੱਥੇ ਫੁੱਲ ਵੀ ਜਾਂਦੇ ਸੀ ਰੋਜ਼ਾਨਾ, ਜਦੋਂ ਫੁੱਲ ਗਏ ਤੇ ਫੁੱਲਾਂ ਦੇ ਵਿੱਚ ਤਕਸ਼ਨਾਗ ਵੀ ਗਿਆ ਤੇ ਜਿਸ ਦਿਨ ਦਾ ਸੀ ਕਿ ਇਹਦੀ ਮੌਤ ਸੱਪ ਦੇ ਲੜਨ ਨਾਲ ਹੋਵੇਗੀ ਤੇ ਜਦੋਂ ਫੁੱਲ ਜਾਂਦੇ ਨੇ ਫੁੱਲਾਂ ਦੇ ਵਿੱਚੋਂ ਫਿਰ ਉਹ ਕੀੜੀ ਸੱਪ ਦਾ ਰੂਪ ਧਾਰਨ ਕੀਤੀ ਤੇ ਉਹਨੇ ਰਾਜੇ ਪ੍ਰਿਸ਼ਯਤ ਨੂੰ ਡੰਗ ਮਾਰਿਆ ਤੇ ਉਹਦੀ ਮੌਤ ਹੋ ਗਈ। ਮਹਾਰਾਜ ਕਹਿੰਦੇ ਕੀਤੀ ਸਾਸ ਅਕਰਖ ਤੇ। ਸਤਿਗੁਰ ਮਹਾਰਾਜ ਕਹਿੰਦੇ ਤੂੰ ਭਾਵੇਂ 10 ਬੂਹੇ ਬੰਦ ਕਰਕੇ ਬੈਠ ਜਾ, ਤੂੰ ਭਾਵੇਂ ਭੋਰੇ ਪੁੱਟ ਕੇ ਅੰਦਰ ਲੁਕ ਕਰਕੇ ਬੈਠ ਜਾ, ਜਿੱਦਣ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਬੰਦੇ ਦਾ ਜ਼ੋਰ ਕਦੀ ਨਹੀਂ ਚੱਲਦਾ ਕਿ ਮੈਂ ਸੰਸਾਰ ਤੋਂ ਜਾਣਾ ਨਹੀਂ, ਮੈਂ ਸੰਸਾਰ ਤੇ ਰਹਿਣਾ ਹੈ। ਸਤਿਗੁਰ ਮਹਾਰਾਜ ਕਹਿੰਦੇ ਜ਼ੋਰ ਨਾ ਜੀਵਨ ਮਰਨ ਨਹੀਂ ਜ਼ੋਰ, ਇੱਥੇ ਜ਼ੋਰ ਕੋਈ ਨਹੀਂ। ਇੱਕ ਵਿਦਵਾਨ ਕਹਿੰਦਾ ਜੋ ਆਇਆ ਇਸ ਜਹਾਂ में वो रहने ना पाया, सभी पूछ करते जे मियाँ देखते हैं। ਉਹ ਕਹਿੰਦੇ ਬੰਦਿਆ ਤੂੰ ਕਿਹੜੀ ਗੱਲ ਨੂੰ ਪਿਆ? ਉਹ ਕਹਿੰਦਾ ਤੂੰ ਵੀ ਕਰ ਤਿਆਰੀ ਐ ਹਾਲੇ ਦਿਲ, ਤੂੰ ਵੀ ਕਰ ਤਿਆਰੀ ਗਈ ਬਹਾਰ ਅਬ ਫਿਜ਼ਾ ਦੇਖਤੇ हैं। ਕਹਿੰਦੇ ਬਹਾਰ ਚਲੇਗੀ ਹੁਣ ਤੇ ਬਸ ਪੱਤ ਝੜਿਆ, ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ। ਪੱਤਰ ਪੁਰਜੇਨ ਝੜੀਆਂ ਨਹੀਂ ਝੜੀਆਂ ਪੇੜ ਸੰਪਤਾ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਜੋਰ ਕੋਈ ਨਹੀਂ ਹੈ ਜਿਹੜਾ ਆਇਆ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜਨਮ ਤੇ ਮੌਤ ਜਿਹੜੀ ਹੈ ਰੱਬ ਨੇ ਆਪਣੇ ਹੱਥਾਂ 'ਚ ਰੱਖੀਏ। ਇੱਕ ਗੱਲ ਜ਼ਰੂਰ ਧਿਆਨ 'ਚ ਰੱਖੋ ਕਿ ਜੀਵਨ ਕਰਕੇ ਅਸੀਂ ਸੁਤੰਤਰ ਆ, ਪਰ ਕਰਮਾਂ ਦੇ ਕਰਕੇ ਪਤੰਤਰ ਹੋ ਜਾਂਦੇ। ਕਰਮਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜਨਮ ਤੇ ਮੌਤ ਰੱਬ ਨੇ ਆਪਣੇ ਹੱਥ ਵਿੱਚ ਰੱਖ ਦਿੱਤੀ ਤੇ ਕਰਮਾਂ ਦੀ ਖੁੱਲ੍ਹ ਦਿੱਤੀ। ਜੈਸੇ ਤੂੰ ਕਰਮ ਕਰੇਗਾ ਵੈਸਾ ਤੈਨੂੰ ਫਲ ਜ਼ਰੂਰ ਮਿਲੇਗਾ। ਬੁੱਲੇ ਸ਼ਾਹ ਜੀ ਆਖਦੇ ਨੇ, ਕਹਿੰਦੇ ਨੇ ਉੱਠ ਜਾਗ ਹਲੂਣਾ ਹੈ ਇੱਕ ਇਨਸਾਨੀਅਤ ਨੂੰ, ਉੱਠ ਜਾਗ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਕਿੱਥੇ ਹੈ ਪੀਰ ਪੈਗੰਬਰ ਮੌਤ ਨਾ ਛੱਡੇ ਵਲੀ ਕਲੰਦਰ, ਇੱਥੇ ਕੋਈ ਪਾਏਦਾਰ ਨਹੀਂ। ਉੱਠ ਜਾਗ ਘਰਾੜੇ ਮਾਰ ਨਹੀਂ। ਕਹਿੰਦੇ ਇੱਥੇ ਕਿਹੜਾ ਹੈ ਜਿਹੜਾ ਪੱਕਾ ਮੰਜਾ ਢਾ ਕੇ ਬੈਠ ਗਿਆ ਹੋਵੇ। ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ, ਕਿੱਥੇ ਤੁਹਾਡੇ ਮਾਪਿਆਂ ਜਿਨੀ ਪੁੰਜਨੇ ਹੋ। ਤੁਹਾਨੂੰ ਸੈਂਕੜੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਮਿਲਣਗੇ। ਇੱਥੇ ਮਹਾਰਾਜ ਕਹਿੰਦੇ ਨੇ ਇੱਥੇ ਰਹਿਣਾ ਕੋਈ ਨਹੀਂ, ਇੱਥੇ ਜਿਹੜਾ ਆਇਆ ਉਹ ਚਲੇ ਜ਼ਰੂਰ ਗਿਆ ਹੈ। ਰਾਮ ਗਇਓ ਰਾਵਣ ਗਇਓ ਜੰਗ ਕੋ ਬਹੁ ਪਰਵਾਹ। ਸਤਿਗੁਰ ਮਹਾਰਾਜ ਕਹਿੰਦੇ ਨੇ ਆਖਣ ਜੋਰ ਨਾ ਜੀਵਨ ਮਰਨ ਨਹੀਂ, ਜੋਰ ਨਾ ਜੀਵਨ ਵਿੱਚ ਮਰਨ ਵਿੱਚ ਸਾਡਾ ਕੋਈ ਜੋਰ, ਸਾਡੀ ਕੋਈ ਸਮਰੱਥਾ ਨਹੀਂ ਹੈ। ਜੋਰ ਨਾ ਰਾਜ ਮਾਲ ਮਨਸੂਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਇਸ ਰਾਜ ਤੇ ਮਾਲ ਨੂੰ ਜੋ ਪ੍ਰਾਪਤ ਹੋਇਆ, ਜੋ ਜੀਵਨ ਦੇ ਸੁੱਖ ਮਿਲੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਐਵੇਂ ਮਨ ਦੇ ਵਿੱਚ ਤੂੰ ਨਾ ਕਰੀ ਜਾ ਕਿ ਸ਼ਾਇਦ ਮੈਂ ਕੀਤਾ ਤੇ ਤਾਂ ਤੂੰ ਐਵੇਂ ਸ਼ੋਰ ਕਰੀ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਤੇਰਾ ਜੋਰ ਨਹੀਂ, ਇਹ ਪ੍ਰਾਰਬਧ ਤੇਰੀ ਨਹੀਂ, ਇਹ ਪਰਮਾਤਮਾ ਦੀ ਕਿਰਪਾ ਹੈ ਕਿ ਤੂੰ ਜੋ ਕਰਕੇ ਆਇਆ ਹੈ। ਅਸਲ ਦੇ ਵਿੱਚ ਮਹਾਰਾਜ ਕਹਿੰਦੇ ਨੇ ਦਾਨ ਪਰਾ ਪੂਰਬੇਨ ਪੁਚੰਤੇ ਮਹੀਤੇ, ਜੋ ਤੁਸੀਂ ਬੀਜਦੇ ਪਏ ਹੋ ਉਹੀ ਖਾਂਦੇ ਪਏ ਹੋ। ਜੇ ਤੁਹਾਡੇ ਕੋਲ ਅੱਜ ਪੈਸਾ ਆਉਂਦਾ ਪਿਆ ਇਹਦਾ ਮਤਲਬ ਕਿ ਤੁਸੀਂ ਪਹਿਲਾਂ ਚੰਗੇ ਕਰਮ ਕੀਤੇ ਸੀ ਤਾਂ ਤੁਹਾਨੂੰ ਆਉਂਦਾ ਪਿਆ ਏ। ਹੁਣ ਇਸੇ ਮੁਲਕ ਦੇ ਵਿੱਚ ਤੁਸੀਂ ਦੇਖੋ ਜਿੱਥੇ ਲੋਕ ਮਿਲੀਅਨ ਬਿਲੀਅਨ ਦੇ ਵਿੱਚ ਰਹਿੰਦੇ ਪਏ ਨੇ, ਲੋਕ ਲੱਖਾਂ ਪੌਂਡ ਕਮਾਉਂਦੇ ਪਏ ਨੇ, ਇੱਥੇ ਤੁਹਾਨੂੰ ਉਹ ਵੀ ਲੋਕ ਮਿਲ ਜਾਣਗੇ ਜਿਨ੍ਹਾਂ ਦੇ ਪੱਲੇ ਦਮੜੀ ਵੀ ਨਹੀਂ ਪੈਂਦੀ ਪਈ, ਉਹ ਤਰਸਦੇ ਪਏ ਨੇ, ਉਹ ਰੋਡ ਦੇ ਉੱਤੇ ਬੈਠੇ ਤੁਹਾਨੂੰ ਮਿਲਣਗੇ ਕਿ ਸਾਨੂੰ ਕੋਈ ਪੌਂਡ ਕੋਈ ਸੈਂਟ ਕੋਈ ਸਾਡੀ ਝੋਲੀ ਦੇ ਵਿੱਚ ਵੀ ਪਾ ਕੇ ਜਾਵੇ। ਹੈ ਤਾਂ ਦੇਸ਼ ਤਾਂ ਇਹੀ ਆ ਨਾ, ਇੱਕ ਸੈਂਕੜੇ ਨਹੀਂ ਲੱਖਾਂ ਹਜ਼ਾਰਾਂ ਪੌਂਡ ਇਕੱਠੇ ਕਰਦਾ ਪਿਆ ਤੇ ਇੱਕ ਰਾਹ ਦੇ ਵਿੱਚ ਬੈਠ ਕੇ ਮੰਗਦਾ ਪਿਆ ਏ ਕਿ ਮੈਂ ਭੁੱਖਾ ਵਾਂ ਤੇ ਮੈਨੂੰ ਕੋਈ ਪੌਂਡ ਦੇ ਕੇ ਜਾਵੇ ਤੇ ਮੇਰੀ ਰੋਟੀ ਦਾ ਪ੍ਰਬੰਧ ਹੋ ਸਕੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਖਣ ਜੋੜ ਨਾ ਰਾਜ ਮਾਲ ਮਨਸੂਰ। ਮਹਾਰਾਜ ਕਹਿੰਦੇ ਨੇ ਰਾਜ ਮਾਲ ਜੇ ਮਿਲਿਆ ਹੈ ਤੇ ਸ਼ੋਰ ਨਾ ਕਰ, ਐਵੇਂ ਡਿੰਗਾ ਨਾ ਮਾਰ ਕੇ ਮੈਂ ਸਾਰਾ ਕੁਝ ਪ੍ਰਾਪਤ ਕੀਤਾ। ਸ਼ੁਕਰਾਨਾ ਰੱਬ ਦਾ ਕਰ, ਜੇ ਤੂੰ ਬੀਜਦਾ ਪਿਆ ਸੀ ਤੇ ਤੈਨੂੰ ਮਿਲਦਾ ਪਿਆ ਹੈ। ਜੇ ਹੁਣ ਬੀਜੇਗਾ ਤੇ ਅੱਗੇ ਜਾ ਕੇ ਮਿਲੇਗਾ, ਨਹੀਂ ਤੇ ਜਿੰਨਾ ਹੁਣ ਨਹੀਂ ਬੀਜਿਆ
ਉਹ ਅੱਗੇ ਜਾ ਕੇ ਭੁੱਖੇ ਜ਼ਰੂਰ ਰਹਿਣਗੇ। ਮਹਾਰਾਜ ਅੱਗੇ ਆਖਦੇ ਨੇ, ਜੋਰ ਨਾ ਸੁਰਤੀ ਗਿਆਨ ਵਿਚਾਰ। ਮਹਾਰਾਜ ਕਹਿੰਦੇ ਨੇ ਸੁਰਤ ਨੂੰ ਆਤਮਿਕ ਮੰਡਲ ਦੇ ਵਿੱਚ ਲੈ ਕੇ ਜਾਣਾ ਤੇ ਬ੍ਰਹਮ ਗਿਆਨ ਦੀ ਵਿਚਾਰ ਜਿਹੜੀ ਹੈ ਉਹ ਅੰਦਰ ਚੱਲ ਪੈਣੀ। ਮਹਾਰਾਜ ਕਹਿੰਦੇ ਇਹ ਵੀ ਆਪਣੀ ਮਰਜ਼ੀ ਨਹੀਂ, ਤੁਸੀਂ ਰੋਜ਼ ਉਠੋ, ਤੁਸੀਂ ਰੋਜ਼ ਚੌਂਕੜਾ ਮਾਰੋ, ਤੁਸੀਂ ਰੋਜ਼ ਸੁਰਤ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰੋ, ਪਰ ਇਹਦੇ ਵਿੱਚ ਤੁਹਾਡੀ ਸਮਰੱਥਾ ਨਹੀਂ ਕਿ ਤੁਸੀਂ ਸੁਰਤ ਜੋੜ ਕੇ ਦਸਮ ਦੁਆਰ ਵਿੱਚ ਪਹੁੰਚੋ, ਤੁਸੀਂ ਸੁਰਤ ਜੋੜ ਕੇ ਆਤਮਿਕ ਆਨੰਦ ਦੇ ਮੰਡਲ ਵਿੱਚ ਪਹੁੰਚੋ, ਜਾਂ ਤੁਸੀਂ ਬ੍ਰਹਮ ਗਿਆਨ ਨੂੰ ਪ੍ਰਾਪਤੀ ਕਰ ਲਓ। ਮਹਾਰਾਜ ਕਹਿੰਦੇ ਆਪਣਾ ਜੋਰ ਨਹੀਂ, ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਜੋਰ ਨਾ ਜੁਗਤੀ ਛੁਟੈ ਸੰਸਾਰ। ਸਤਿਗੁਰ ਮਹਾਰਾਜ ਕਹਿੰਦੇ ਹੁਣ ਸੰਸਾਰ ਜਿਹੜਾ ਹੈ ਨਾ ਜੀ, ਇਹ ਮਹਾਰਾਜ ਕਹਿੰਦੇ ਇਹ ਹੈ ਬੰਧਨ, ਤੇ ਇਹਨਾਂ ਬੰਧਨਾਂ ਨੂੰ ਕਹਿੰਦੇ ਨੇ ਜਨਮ ਤੇ ਮੌਤ ਦੀ ਖੇਡ। ਮਹਾਰਾਜ ਕਹਿੰਦੇ ਇਸ ਜਨਮ ਤੇ ਮਰਨ ਦੀ ਖੇਡ ਦੇ ਵਿੱਚੋਂ ਜਿਹਨੂੰ ਜੁਗਤੀ ਆਉਂਦੀ ਹੈ, ਜੁਗਤੀ ਦੇ ਅਰਥ ਹੁੰਦੇ ਨੇ ਜਿਹਨੂੰ ਢੰਗ ਪਤਾ ਲੱਗ ਗਿਆ ਕਿ ਛੁੱਟਣਾ ਕਿਵੇਂ, ਫਾਸਲ ਕੀ ਬਿਦ ਸਭ ਕੋਈ ਜਾਣੇ। ਮਹਾਰਾਜ ਕਹਿੰਦੇ ਇਸ ਜਨਮ ਮਰਨ ਦੇ ਗੇੜ 'ਚ ਫਸਣਾ ਸਾਰਿਆਂ ਨੂੰ ਹੀ ਆਉਂਦਾ ਏ, ਛੁੱਟਣਾ ਕਿਸੇ ਨੂੰ ਹੀ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਜੋਰ ਨਾ ਜੁਗਤੀ, ਜੁਗਤੀ ਮਿਲ ਜਾਣੀ, ਇਹਦੇ ਵਿੱਚ ਵੀ ਕਿਸੇ ਦਾ ਜੋਰ ਨਹੀਂ ਚੱਲਦਾ, ਜਿੰਦੇ ਕਰਕੇ ਜਿਸ ਜੁਗਤੀ ਕਰਕੇ ਇਸ ਸੰਸਾਰ ਦੇ ਗੇੜ ਦੇ ਵਿੱਚੋਂ, ਜਨਮ ਦੇ ਮਰਨ ਦੇ ਗੇੜ ਦੇ ਵਿੱਚੋਂ ਛੁੱਟ ਜਾਈਦਾ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ। ਹੁਣ ਇੱਥੇ ਇਹ ਪੰਕਤੀ ਕਈ ਵਾਰੀ ਬੰਦਾ ਦੁਨਿਆਵੀ ਲੋਕਾਂ ਵਾਸਤੇ ਵਰਤਦਾ ਹੈ ਕਿ ਜਿਸ ਹੱਥ ਜੋਰ ਕਰ ਵੇਖੇ ਸੋਏ, ਪਰ ਸਤਿਗੁਰੂ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੇ ਹੱਥ ਵਿੱਚ ਜੋਰ ਆ, ਨਾ ਕਿ ਕਿਸੇ ਇਨਸਾਨ ਦੇ ਹੱਥ ਵਿੱਚ। ਉਹਦੇ ਕੋਲ ਜੋਰ ਹੈ, ਤਾਕਤ ਹੈ, ਸਮਰੱਥਾ ਹੈ, ਉਹ ਜੋਰ ਦੇ ਨਾਲ ਜੋ ਕੁਝ ਕਰਨਾ ਚਾਹੁੰਦਾ ਹੈ ਉਹ ਕਰਦਾ ਹੈ ਤੇ ਕਰਕੇ ਵੇਖਦਾ ਪਿਆ ਹੈ। ਪਰਮਾਤਮਾ ਮਹਾਰਾਜ ਕਹਿੰਦੇ ਨੇ ਆਮਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਹਾਰਾਜ ਦੇ ਵਾਸਤੇ, ਰੱਬ ਦੇ ਵਾਸਤੇ ਇਹ ਇੱਕ ਖੇਡ ਆ, ਸਾਡੇ ਵਾਸਤੇ ਇਹ ਜੀਵਨ ਹੈ। ਪਰਮਾਤਮਾ ਇਸ ਖੇਡ ਨੂੰ ਰਚਨਹਾਰਾ ਹੈ ਤੇ ਅਸੀਂ ਕਹਿੰਦੇ ਆ ਕਿ ਜੀ ਇਹ ਪਰਿਵਾਰ ਮੇਰਾ, ਇਹ ਘਰ ਮੇਰਾ, ਇਹ ਧਨ ਮੇਰਾ, ਇਹ ਦੌਲਤ ਮੇਰੀ। ਮਹਾਰਾਜ ਇਹ ਖੇਡ ਖੜਾ ਕਰਕੇ ਦੇਖਦਾ ਪਿਆ ਹੈ ਤੇ ਇਸ ਮਹਾਰਾਜ ਕਹਿੰਦੇ ਦੇਖਣ ਆਏ ਜਗਤ ਤਮਾਸ਼ਾ, ਮੈਂ ਤੇ ਇਸ ਜਗਤ ਦੇ ਤਮਾਸ਼ੇ ਨੂੰ ਦੇਖਣ ਵਾਸਤੇ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਉਤਮ ਨੀਚ ਨਾ ਕੋਈ। ਇੱਥੇ ਨਾਨਕ ਤੇ ਵਿਸ਼ਰਾਮ ਹੈ, ਇਹ ਨਹੀਂ ਕਿ ਨਾਨਕ ਉਤਮ ਨੀਚ ਨਾ ਕੋਈ, ਐਵੇਂ ਵਿਸ਼ਰਾਮ ਨਹੀਂ ਲਾਉਣਾ। ਨਾਨਕ ਆਖਦੇ ਨੇ, ਕੀ ਆਖਦੇ ਨੇ? ਉਤਮ ਨੀਚ ਨਾ ਕੋਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਵੀ ਰੱਬ ਦੇ ਹੱਥ ਵਿੱਚ ਜੋਰ ਆ। ਕਿਸੇ ਨੂੰ ਨੇ ਦੁਰਾਚਾਰੀ ਬਣਾ ਦਿੱਤਾ ਤੇ ਕਿਸੇ ਨੂੰ ਸਦਾਚਾਰੀ ਬਣਾ ਦਿੱਤਾ। ਕਿਸੇ ਨੂੰ ਰੱਬ ਨੇ ਉਤਮ ਬਣਾ ਦਿੱਤਾ, ਕਿਸੇ ਨੂੰ ਰੱਬ ਨੇ ਨੀਚ ਬਣਾ ਦਿੱਤਾ। ਇਥੋਂ ਅੱਗੇ ਮਹਾਰਾਜ ਆਖਦੇ ਨੇ ਰਾਤੀ, ਰੁਤੀ, ਥਿੱਤੀ, ਵਾਰ, ਇਹ ਸਾਰੇ ਬਿੰਦੇ ਸਹਿਤ ਉਚਾਰਨ ਨੇ। ਰਾਤਾਂ ਬਹੁ ਵਚਨ ਨੇ, ਰਾਤਾਂ, ਰੁੱਤਾਂ, ਥਿੱਤਾਂ ਤੇ ਦਿਨ, ਇਹ ਚਾਰ ਦੀ ਮਹਾਰਾਜ ਨੇ ਗਿਣਤੀ ਕੀਤੀ। ਥਿੱਤਾਂ 15 ਥਿੱਤਾਂ ਹੁੰਦੀਆਂ ਨੇ, 7 ਵਾਰ ਹੁੰਦੇ ਨੇ, 4 ਰੁੱਤਾਂ ਕਿਤੇ ਨੇ, ਕਿਤੇ 6 ਰੁੱਤਾਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਰਾਤਾਂ, ਵਾਰ, ਥਿੱਤਾਂ ਤੇ ਰੁੱਤਾਂ ਜਿਹੜੀਆਂ ਨੇ। ਇਸ ਤੋਂ ਅੱਗੇ ਮਹਾਰਾਜ ਕਹਿੰਦੇ ਨੇ ਪਵਨ, ਪਾਣੀ, ਅਗਨੀ, ਪਾਤਾਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਇਸ ਤੋਂ ਇਲਾਵਾ ਪੌਣ ਹੋ ਗਿਆ ਹਵਾ, ਪਾਣੀ, ਅਗਨੀ ਤੇ ਇਹ ਧਰਤੀ ਤੋਂ ਥੱਲੜਾ ਹਿੱਸਾ ਜਿਹਨੂੰ ਆਖਦੇ ਨੇ ਪਾਤਾਲ ਹੈ। ਮਹਾਰਾਜ ਕਹਿੰਦੇ ਇਹਨਾਂ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ ਕੀ ਕੀਤਾ ਹੈ? ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਕਿ ਧਰਮ ਕਮਾਉਣਾ ਹੈ। ਹੁਣ ਕੋਈ ਵੀ ਚੀਜ਼ ਖੇਡ ਖੇਡਣੀ ਹੋਵੇ ਉਹਦੇ ਵਾਸਤੇ ਗਰਾਊਂਡ ਚਾਹੀਦੀ ਹੁੰਦੀ ਨਾ, ਕਿ ਕੋਈ ਸਪੇਸ, ਕੋਈ ਗਰਾਊਂਡ ਹੋਵੇਗੀ ਤਾਂ ਖੇਡ ਸਕਦੇ ਆ। ਮਹਾਰਾਜ ਕਹਿੰਦੇ ਨੇ ਧਰਤੀ ਨੂੰ ਧਰਮ ਕਮਾਉਣ ਦਾ ਸਥਾਨ ਬਣਾ ਕੇ ਟਿਕਾ ਦਿੱਤਾ ਹੈ। ਰਾਤਾਂ, ਰੁੱਤਾਂ, ਥਿੱਤਾਂ, ਵਾਰ, ਪੌਣ, ਹਵਾ, ਅਗਨੀ ਤੇ ਪਤਾਲ, ਇਹ ਸਾਰਾ ਕੁਝ ਦੇ ਵਿਚਕਾਰ ਮਹਾਰਾਜ ਕਹਿੰਦੇ ਨੇ ਧਰਤੀ ਥਾਪ ਰੱਖੀ ਧਰਮਸਾਲ। ਇਹਦੇ ਵਿੱਚ ਤਿਸ ਵਿੱਚ ਤੋਂ ਭਾਵ ਹੈ ਕਿ ਇਹਨਾਂ ਦੇ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਹੁਣ ਇਸ ਧਰਤੀ ਤੇ ਕੀ ਨੇ? ਮਹਾਰਾਜ ਕਹਿੰਦੇ ਨੇ ਤਿਸ ਵਿੱਚ ਜੀ ਜੁਗਤ ਕੇ ਰੰਗ
महाराज कहते इस धरती के उत्ते बहुत तरह के जीव पैदा किए, जी जुगत के रंग जुगतियां अते रंग वसदे पए ने, तिनके नाम किन्ने के नाम महाराज कहते अनेक अनंत, कहते ने उन्हां जीवां दे नाम अनेक ने, उन्हां जीवां दी गिनती जिहड़ी है वो भी नहीं कीती जा सकती। अनगिनत जीव ते अनगिनत उन्हां दे नाम ने। महाराज फिर पता किवें लगदा है, महाराज फिर उन्हां दा हिसाब किताब किवें करदे ने। सतगुरु महाराज कहंदे करमी करमी होए विचार। हुण इत्थे विचार जिहड़ा है वो बिहारी ना लग्या। हुण पहलों कर्म शब्द आउंदा सी ते उहदे अर्थ आउंदे सी बख्शिश। इत्थे कर्म दे अर्थ ने कि कीते होए कर्मां राहीं जिन्हें जीव जनते हैं ना, इस विच जी जुगत के रंग तिनके नाम अनेक अनंत। महाराज कहते इन्हां दा नवेड़ा जिहड़ा है कीते होए कर्मां दे नाल हुंदा है। जिहड़े जिहड़े कर्म करते ने उन्हां कर्मां दी फिर विचार हुंदी है। परमात्मा ने एक खेड बनाई है ना, ते खेड बना के जिवें महाराज ने पीछे कहा सी कि उत्थे चित्तर ते गुप्त वर्गे बैठे हुए हिसाब रखदे पए ने। असल दे विच महाराज ने सारा कुछ अपने हत्थ विच रखिया ते हर कर्म का जिहड़ा है वो सतगुरु महाराज जी की अख तो परोखे कोई नहीं। जे कोई कहेगा कि मैं लुक छिप के कोई काम कर सकता है, महाराज कहते ने अगों देखे पिछों देखे, बंदा अगों वेख लेगा पिछों देख लेगा ते जतन करता है कि मैनू कोई नहीं देखता, फिर वो कर्म कमाउंदा है ते कर्म कमाउण तो बाद कहता है कि हथ झाड़ के मैनू किहड़ा किसी ने देखिया। करत विकार दो कर झारत। महाराज कहते ने जिन्ने तू कर्म करी जाना ये सारा कुछ नोट हुंदा पिया है, ये लिखे जा रहे ने। भावें किन्ने भी जीव ने जिन्हां दी कोई गिनती भी नहीं कर सकता। सच्चे पातशाह महाराज कहते ने कि ये सारे जीवां दा लेखा कर्मां दे अनुसार है। करमी करमी होए विचार सच्चा आप सच्चा दरबार। महाराज कहते उस मालिक दा दरबार भी सच्चा, कचहरी भी सच्ची, ते वो मालिक आप भी सच्चा है। सच्चा आप सच्चा दरबार। हुण अगे सतगुरु महाराज कहते ने तिथे सोहन पंच प्रवान। इथों खंड की गल शुरू हो जाती है। महाराज कहते ने देखो जो खंडा की विचार महाराज दसदे ने ते महाराज कहते ने तिथे सोहन पंच प्रवान कि मालिक दे घर दे विच जिहड़ा है वो पंच प्रवान सोहंदे पए ने। पंच तो भाव आपां अगे करके आए सी। पंच प्रवान पंच प्रधान पंचे पावे दरगह मान, पंचे सोहे नर राजान, पंचां का गुरु एक ध्यान। महाराज ने उत्थे गल दसी कि जिहड़ा पंच है जिन्हों संत आखदे आ, जिन्हों नाम भजनीक आखदे। महाराज कहते ने कि तिथे सोहन परमात्मा के घर दे विच पंच जन जिहड़े हन, संत जन जिहड़े हन वो शोभा पाउंदे ने, प्रतख तौर ते शोभदे पए ने। नदरी कर्म पवे निशान। इत्थे नदर दे अर्थ है मेहर बख्शिश। कहंदे परमात्मा दी कर्म निवाजी है नदरी कर्म। ये दोनों शब्द इको गल दे सूचक ने कि परमात्मा दी बख्शिश परमात्मा दी मेहर दे नाल पवे निशान। निशान शब्द पहलों जपजी साहब नाल भी लिखिया जांदा सी, जप निशान लिखिया जांदा सी ते इहदे अर्थ हुंदे सी कि जिवें राहदारी मिल जानी। जां इस तरह कह लो कि जदों तुसीं जपजी साहब पढ़दे हो ते सतगुरु महाराज कहंदे ने कि जपजी साहब पढ़न वाले नूं रब दे घर दी राहदारी मिल जांदी है। भावें उन्हें जिंदगी विच जिन्ने मर्जी बुरे कर्म कर ले होण, पर जेकर उन्हें जपजी साहब पढ़ना शुरू कर दिता, जिस दिन वो धर्म खंड दे विच जाएगा उनके कोल परमात्मा दे नाम की राहदारी होगी ते उस राहदारी दे करके उनका लेखा नहीं पूछा जाएगा। ये जिहड़ा है ना शब्द तिथे सोहन पंच प्रवान, ये धर्म खंड है। उनकी विचार महाराज दसते पे ने। धर्म खंड का ਇਹੋ ਧਰਮ, ਇਹ ਧਰਮ ਖੰਡ ਦੇ ਵਿੱਚ ਕੀ ਮਿਲਦਾ ਹੈ? ਸਤਿਗੁਰੂ ਮਹਾਰਾਜ ਕਹਿੰਦੇ ਤਿੱਥੇ ਸੋਹਨ ਪੰਚ ਪ੍ਰਵਾਨ, ਉੱਥੇ ਪੰਚ ਜਨ ਨੇ, ਉੱਥੇ ਸੰਤ ਜਨ ਨੇ। ਨਦਰੀ ਕਰਮ ਪਵੇ ਨਿਸ਼ਾਨ, ਉਹਨਾਂ ਤੇ ਪਰਮਾਤਮਾ ਦੀ ਖਾਸ ਦ੍ਰਿਸ਼ਟੀ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਮੱਥੇ ਤੇ ਵਡਿਆਈ ਦੀ ਚਮਕ ਹੈ। ਕੱਚ ਪਕਾਈ ਉੱਥੇ ਪਾਏ
महाराज कहते कच्चा ते पक्का की है, कर्म माड़े ते चंगे की ने, छोटा ते वड्डा की है। महाराज कहते ने ओ थै, इत्थे नहीं क्या, महाराज कहते ने कच पकाई ओ थै पाए। रब दे घर दे विच कहते ने फिर हिसाब हुंदा है, नानक गया जापे जाए कि हे नानक जी अकाल पुरख के दर ते गया ही पता लगता है कि कच्चा कौन गया सी, पक्का कौन गया सी। ते इहनूं महाराज कहते ने यह है धर्मखंड, कि धर्मखंड की मर्यादा या धर्मखंड का सुभाव की है। महाराज कहते आ जो उत्ते पढ़ के आए हो ये धर्मखंड है। इस तो अगे महाराज दूजे खंड की गल करते हैं। महाराज कहते हैं ज्ञान खंड का आखो कर्म, कर्म दे इथों भाव है कि ज्ञान खंड का कर्तव्य की है। ज्ञान खंड दे विच की हुंदा है, सच्चे पातशाह महाराज कहते हैं केते पवन पानी वै संतर केते कान महेश। हुण महाराज कहते ज्ञान खंड दे विच केते तो भाव जिथे आएगा ना उनका होगा कि अनगिनत, जिन्हों गिनिया नहीं जा सकता। पवन पानी वै संतर केते कान महेश, कहते ने कि कृष्ण ते शिव जी अनेकां ने उत्थे ज्ञान खंड दे विच शिव जी ते कृष्ण अनेकां ने, अनेकां तरह की पौन है, अनेकां तरह का पानी है ते अनेकां तरह की अग है। वैसे तो तीन तरह की अग जिहड़ी है वो धरती ते भी हुंदी है, बड़वा अगन हुंदी है, ब्रह्म अगन हुंदी है। इस तरह जिहड़ा है चार तरह की अग कहते ने साडे अंदर बलदी पई है, हंस हेत लोभ कोप चारे नदियां अग। सो सतगुरु महाराज पातशाह कहते ने कि ये कई तरह की अग है, जिहड़ी हवा है ना साडे शरीर विच भी कई तरह की चलदी पई आ। सतगुरु महाराज पातशाह कहते ने किते पवन पानी वै संतर, किते शब्द आएगा वै बब्बे नाल, इथे वोवे दे नाल है वै संतर केते कान महेश। कृष्ण ते शिव जी भी अनेकां ने, केते ब्रह्मे घाड़त घड़िया है रूप रंग के वेश। महाराज कहते ने परमात्मा ने पता नहीं किन्ने क ब्रह्मे पैदा कीते ने, किन्नियां क उन्हां दीयां घाड़तां घड़ दित्तियां, कई रंग ते कई वेश पैदा कर दिते ने। सतगुरु महाराज जिवें गुरु गोबिंद सिंह महाराज कहते ना एक शिव भये एक गए एक फिर भये, रामचंद्र कृष्ण के अवतार भी अनेक हैं। सतगुरु महाराज अगे आखते ने केतियां कर्म भूमि मेल केते केते तू उपदेश। सतगुरु महाराज कहते अकाल पुरख की जिहड़ी बेअंतता है, कुदरत है, उनदे विच बेअंत धरतियां ने, केतियां कर्म भूमि अनेकां ने, मेल केते मेल तो भाव है कि पर्वत जिहड़े ने मेरू पर्वत वो बेअंत ने, केते तू उपदेश ते उन्हां धरतियां ते वसन वाले बेअंत ही ध्रू भगत ने। असीं ते एक नूं जाणदे आ ना कि वो हसदा होया ध्रू जिहड़ा सी पिता दी गोद विच बैठा, सुतेली मां ने उठा दिता, अपनी मां दे कोल हौके लैके रोंदियां उन्हें आखिया सी कि मां तू रानी के तुम गोली है, ते मां ने कहा सी कर्मा करके गोली बन गई है तां मैं रानी, राज किवें मिलेगा। ते मां ने कहा सी कि भगती कीतियां ही निश्चल राज प्राप्त हुंदा है। ते भगत ध्रुव ने इन्नी भगती कीती कि परमात्मा ने निश्चल राज बख्श दिता। असीं केवल एक ध्रुव की गल करते हैं, पर गुरु नानक देव महाराज कहते ज्ञान खंड दे विच जदों जाओगे ये गल की समझ लगेगी कि धरतियां अनेक, उत्थे पर्वत अनेक, ते उन्हां धरतियां ते वसन वाले ध्रुव वर्गे भगत भी अनेक ने, जिन्हां ने उपदेश भगती दा दिता। केते इंद इत्थे विश्राम है, केते इंद चंद ते नहीं विश्राम लाना, केते इंद चंद सूर केते, पहला विश्राम है केते इंद विश्राम इत्थे लाना, चंद सूर केते, क्योंकि सूरज चंद्रमा इकट्ठे होणगे, दिन रात की गल इकट्ठे करांगे। केते इंद चंद सूर केते केते मंडल देश। गुरु नानक देव महाराज कहते ने इंद्र भी अनेकां ने, चंद ते सूर हुण एक धरती नहीं, अनेकां धरतियां ने, ते हर धरती दा इंद्र वखरा, हर धरती दा चंद्रमा वखरा, हर धरती दा सूरज वखरा,
इत्थों तक महाराज कहते हैं कि सूरज के दुआले जिहड़ी परिक्रमा धरतियां करदियां ने वो ब्रह्मांड खंड जिहड़े ने केते मंडल देश वो मंडल देश भी अनेकां हन। ये सारा कुछ ज्ञान खंड है। केते सिद्ध बुद्ध नाथ केते केते देवी वेश। सतगुरु महाराज कहते ने बेअंत सिद्ध ने बेअंत ही बुद्ध दे अवतार ने। महाराज कहते बेअंत ही नाथ ने ते केते देवी वेश देवते ते देवियां दे पहरावे जिहड़े हन वो भी अनेकां ने। केते देव दानव मन केते इत्थे देव दानव इकट्ठा होवेगा। केते देव दानव मन केते केते रतन समुंदर रत्ना दे भरे हुए समुंदर जिहड़े ने वो भी अनेकां ने। केते देव दानव देवते ते राक्षस जिहड़े ने वो भी अनेकां ने। ते जिहड़े मौन होके चुप होके बैठे ने वो मौनी भी जिहड़े ने वो भी अनेक ने। केतियां खानी केतियां बानी केते पात नरिंद। हुण देखो खानी जिहड़ी है असीं मनदे हां कि चार ने अंडज जेरज सेतज ते उत्पज ये चार खानियां मनदे आ ना। ਜਿਹੜੀਆਂ ਬਾਣੀਆਂ ਨੇ ਇਹ ਵੀ ਚਾਰ ਹੀ ਮੰਨਦੇ ਆ ਅਸੀਂ ਪਰਾ ਪਸੰਤੀ ਮਧਮਾ ਤੇ ਬੈਖਰੀ ਇਹ ਚਾਰ ਬਾਣੀਆਂ ਤੇ ਚਾਰ ਖਾਨੀਆਂ। ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੇਰੀ ਪਹੁੰਚ ਜਾਂ ਤੇਰੀ ਸਮਝ ਇੱਥੋਂ ਤੱਕ ਤੂੰ ਹੀ ਸੋਚਦਾ ਹੈ ਕਿ ਰੱਬ ਨੇ ਇਹ ਸਾਰੀ ਧਰਤੀ ਸ਼ਾਇਦ ਚਾਰ ਖਾਨੀਆਂ ਵਿੱਚ ਸਿੱਧੀ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੇਤੀਆਂ ਖਾਣੀ ਕੇਤੀਆਂ ਬਾਣੀ। उन्हां खानियां ते उन्हां बाणियां बोलियां दा कोई अंत नहीं जिन्हां नूं तू चार समझ के बैठा सी। महाराज कहंदे चार तेरी निगाह विच आ मेरी निगाह दे विच इह भी केतियां खानियां केतियां खानी केतियां बाणी केते पाप नरिंद। राजियां मनुखां ते राज करन वाले नरिंद राजे जिहड़े ने वो भी अनेकां ने। केतियां सुरती सेवक केते नानक अंत न अंत। महाराज कहते ने सुरती जोड़ के ध्यान लाने वाले भी अनेकां ने। सच्चे पातशाह महाराज कहते परमात्मा की सेवा करने वाले भी अनेकां ने। महाराज सच्चे पातशाह आखते ने अंत ना अंत। कहते असीं गिनती करते पे हां पर इनका कोई अंत नहीं पा सकता। असीं केवल अंदाजा ही लाउंदे पे हां। महाराज कहते कोई उनका अंदाजा भी नहीं ला सकता। इस तो अगे महाराज कहते ने ज्ञान खंड में है ज्ञान प्रचंड। सच्चे पातशाह महाराज कहते हुण गल आउंदी है ज्ञान खंड दी। महाराज कहते ज्ञान खंड दे विच ज्ञान ही श्रेष्ठ है। ज्ञान खंड विच ज्ञान ही बलवान है। महाराज कहते उत्थे की है तिथे नाद विनोद कोड़ आनंद। जिहड़ा ज्ञान खंड विच जिंदा पिया है ना जिन्हों ज्ञान खंड की अवस्था मिली है। महाराज कहते ने वेखो सारे रागां तमाशियां कौतुकां दा वो स्वाद मानदा पिया है। सर्वखंड की बानी रूप। महाराज कहते हुण अगे है सर्वखंड ते सच्चे पातशाह कहते ने सर्वखंड की जिहड़ी बानी है जां सर्वखंड की जिहड़ी अवस्था है जां सर्वखंड का जिहड़ा सुभाव है। महाराज कहते ने उस सर्वखंड की बानी रूप। रूप तो भाव है कि सुंदरता है सुहपन है सोहनापन है। तिथे घाड़त घड़ी है बहुत अनूप। सतगुरु महाराज कहते सर्वखंड दे विच जिहड़ी आत्मिक अवस्था है उनकी घाड़त घड़ी जाती है। ते महाराज कहते ज्यों-ज्यों इस दी घाड़त घड़ी जाती है त्यों-त्यों मन जिहड़ा है वो सोहना होण लग पैंदा है। असीं तन नूं सवारदे पए आ। असीं कहने आ कि असीं कॉस्मैटिक ला के सर्जरी करा के असीं इवें दे कोई यतन करी कि तन सोहना होवे। महाराज कहते ने जिहड़ा सर्वखंड दे विच जिउंदा पिया है उनकी अवस्था भी रूप है ते उनका दिन प्रति दिन उनका मन जिहड़ा है वो सोहना होण लग पैंदा है। ताकियां गल्लां कथियां ना जाहे। महाराज पातशाह कहते ने उस अवस्था नूं बयान नहीं किया जा सकता उनदियां गल्लां करके नहीं दसिया जा सकता कि किवें मिलदा है सारा कुछ जां इस सर्वखंड दे विच आ कुछ है। महाराज कहते नहीं दसिया जा सकता ताकियां गल्लां कथियां ना जाहे। महाराज कहते उन्नियां उथों दी अवस्था नूं बयानिया नहीं जाएगा। जेकर कोई बयान करे जे को कहे
ਪਿਛੈ ਪਛਤਾਏ। ਪਛਤਾਏ ਨਹੀਂ ਕਹਿਣਾ, ਸ਼ੀਸ਼ੇ ਨੂੰ ਔਂਕੜ ਲੱਗਿਆ ਹੈ। ਜੇ ਕੋ ਕਹੈ, ਜੇਕਰ ਕੋਈ ਯਤਨ ਕਰੇ ਕਿ ਮੈਂ ਦੱਸ ਸਕਦਾ ਹਾਂ ਕਿ ਸਰਮਖੰਡ ਵਿੱਚ ਕੀ ਹੁੰਦਾ ਹੈ, ਮਹਾਰਾਜ ਕਹਿੰਦੇ ਉਹ ਕਹੇਗਾ ਤੇ ਫਿਰ ਪਛਤਾਵੇਗਾ, ਕਹਿੰਦੀ ਮੈਂ ਕਹਿ ਵੀ ਨਹੀਂ ਸੀ ਸਕਦਾ। ਮਹਾਰਾਜ ਅੱਗੇ ਆਖਦੇ ਨੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਹੁਣ ਕਹਿੰਦੇ ਉੱਥੇ ਕੀ ਘਾੜਤ ਘੜੀ ਜਾਂਦੀ? ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਸੁਰਤੀ ਦੀ ਘਾੜਤ ਘੜੀ ਜਾਂਦੀ ਆ। ਮਹਾਰਾਜ ਕਹਿੰਦੇ ਫਿਰ ਉਸ ਅਵਸਥਾ ਦੇ ਵਿੱਚ ਮਤ ਨੂੰ ਘੜਿਆ ਜਾਂਦਾ ਹੈ। ਜਿਹੜੀ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਨਾ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਹ ਮਤ ਦੀ ਘਾੜਤ ਜਿਹੜੀ ਹੈ ਉਹ ਸਰਮਖੰਡ ਦੇ ਵਿੱਚ ਘੜੀ ਜਾ ਰਹੀ ਆ, ਤੇ ਜਿਹੜਾ ਸਰਮਖੰਡ ਦੇ ਵਿੱਚ ਜਿਉਂਦਾ ਉਹਦੀ ਮਤ ਨੀਵੀਂ ਨਹੀਂ ਹੋ ਸਕਦੀ, ਤੇ ਜਿਹਦੀ ਮਤ ਨੀਵੀਂ ਨਹੀਂ ਉਹ ਗੁਰਮਤ ਤੇ ਚੱਲਦਾ ਹੈ ਤੇ ਕਦੀ ਵੀ ਆਪਣੇ ਫੁਰਨੇ ਜਿਹੜੇ ਨੇ ਉਹਨਾਂ ਨੂੰ ਮੈਲੇ ਨਹੀਂ ਹੋਣ ਦਿੰਦਾ। ਮਸਕੀਨ ਸਾਹਿਬ ਕਹਿੰਦੇ ਸੀ ਕਿ ਜਿਹੜਾ ਮੈਲੇ ਫੁਰਨਿਆਂ ਨਾਲ ਦਾਨ ਕਰੇਗਾ ਉਹਦਾ ਦਾਨ ਵੀ ਮੈਲਾ, ਜਿਹੜੇ ਮੈਲਿਆਂ ਫੁਰਨਿਆਂ ਨਾਲ ਸੰਗਤ ਕੀਤੀ ਉਹਦੀ ਸੰਗਤ ਵੀ ਮੈਲੀ, ਜਿਹੜਾ ਮੈਲੇ ਫੁਰਨਿਆਂ ਨਾਲ ਕੋਈ ਵੀ ਧਰਮ ਦਾ ਕਾਰਜ ਕੀਤਾ ਉਹ ਸਾਰਾ ਕੁਝ ਮੈਲਾ। ਮਨ ਮੈਲੇ ਸਭ ਕੁਝ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਮਨ ਮੈਲੇ ਨਾਲ ਜੋ ਕੁਝ ਕੀਤਾ ਸਾਰਾ ਕੁਝ ਹੀ ਮੈਲਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਉੱਥੇ ਫਿਰ ਸਰਮਖੰਡ ਦੇ ਵਿੱਚ ਸੁਰਤ ਘੜੀ ਜਾਂਦੀ, ਆਤਮਿਕ ਅਵਸਥਾ ਮਤ ਘੜੀ ਜਾਂਦੀ ਹੈ, ਫਿਰ ਮਨ ਦੀ ਘਾੜਤ ਘੜੀ ਜਾਂਦੀ ਹੈ, ਤੇ ਬੁੱਧ ਜਿਹੜੀ ਹੈ ਉਹ ਵੀ ਸਰਮਖੰਡ ਵਿੱਚ ਘੜੀ ਜਾਂਦੀ। ਇੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁਧ। ਸਤਿਗੁਰ ਮਹਾਰਾਜ ਕਹਿੰਦੇ ਨੇ ਸਰਮਖੰਡ ਦੇ ਵਿੱਚ ਸੁਰਾਂ ਤੋਂ ਭਾਵ ਹੈ ਦੇਵਤੇ, ਕਿ ਸਰਮਖੰਡ ਦੇ ਵਿੱਚ ਦੇਵਤੇ ਸਿੱਧਾਂ ਤੇ ਇਹਨਾਂ ਦੀ ਜਿਹੜੀ ਹੈ ਆਤਮਿਕ ਅਵਸਥਾ ਦੀ ਘਾੜਤ ਘੜੀ ਜਾਂਦੀ ਹੈ। ਮਨੁੱਖ ਦੇ ਅੰਦਰ ਇਹ ਅਕਲ ਬਣ ਜਾਂਦੀ ਹੈ ਕਿ ਸਰਮਖੰਡ ਵਿੱਚ ਦੇਵਤੇ ਤੇ ਸਿੱਧਾਂ ਵਾਲੀ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਹੁੰਦੀ ਹੈ। ਅੱਗੇ ਮਹਾਰਾਜ ਕਹਿੰਦੇ ਨੇ ਕਰਮਖੰਡ। ਮਹਾਰਾਜ ਕਹਿੰਦੇ ਨੇ ਕਰਮਖੰਡ ਕੀ ਬਾਣੀ ਜੋਰ। ਮਹਾਰਾਜ ਕਹਿੰਦੇ ਹੁਣ ਇਹ ਕਰਮ ਤੋਂ ਭਾਵ ਹੈ ਬਖਸ਼ਿਸ਼, ਤੇ ਬਖਸ਼ਿਸ਼ ਵਾਲੇ ਖੰਡ ਦੀ ਜਿਹੜੀ ਬਨਾਵਟ ਹੈ ਮਹਾਰਾਜ ਕਹਿੰਦੇ ਹੁੰਦੀ ਹੈ ਬਲ। ਅਕਾਲ ਪੁਰਖ ਜਿੰਦੇ ਤੇ ਮਿਹਰ ਕਰਦਾ ਹੈ। ਮਹਾਰਾਜ ਕਹਿੰਦੇ ਨੇ ਕਿ ਉਹਦੇ ਅੰਦਰ ਅਜਿਹਾ ਬਲ ਪੈਦਾ ਕਰਦਾ ਹੈ, ਉਸ ਬਲ ਦੇ ਕਰਕੇ ਉਹ ਵਿਸ਼ੇ ਤੇ ਵਿਕਾਰਾਂ ਤੋਂ ਬਚ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਜਿੱਥੇ ਹੋਰ ਨਾ ਕੋਈ ਹੋਰ। ਮਹਾਰਾਜ ਕਹਿੰਦੇ ਉਹ ਅਵਸਥਾ ਜਿਹੜੀ ਹੈ ਨਾ ਕਰਮਖੰਡ ਜਿਹੜਾ ਹੈ, ਇਹ ਸੱਚਖੰਡ ਤੋਂ ਪਹਿਲਾਂ ਕਰਮਖੰਡ ਹੈ, ਅਖੀਰਲਾ ਖੰਡ ਸੱਚਖੰਡ। ਮਹਾਰਾਜ ਕਹਿੰਦੇ ਕਰਮਖੰਡ ਦੇ ਵਿੱਚ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਕੇਵਲ ਅਕਾਲ ਪੁਰਖ ਹੈ। ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਦੂਜਾ ਭਾਵ ਹੀ ਨਹੀਂ ਪੈਦਾ ਹੁੰਦਾ, ਹੋਰ ਕੋਈ ਦੂਜਾ ਫੁਰਨਾ ਵੀ ਨਹੀਂ ਪੈਦਾ ਹੁੰਦਾ। ਮਹਾਰਾਜ ਕਹਿੰਦੇ ਨੇ ਉਸ ਅਵਸਥਾ ਦੇ ਵਿੱਚ ਤਿੱਥੈ ਹੋਰ ਨਾ ਕੋਈ ਹੋਰ, ਕੇਵਲ ਅਕਾਲ ਪੁਰਖ ਹੈ, ਦੂਜਾ ਹੈ ਹੀ ਕੁਝ ਨਹੀਂ। ਤਿੱਥੈ ਜੋਧ ਮਹਾਬਲ ਸੂਰ। ਹੁਣ ਜਿਹੜੇ ਯੋਧੇ ਨੇ, ਜਿਹੜੇ ਮਹਾਬਲੀ ਨੇ, ਜਿਹੜੇ ਸੂਰਮੇ ਨੇ, ਯੋਧਾ ਕਹਿੰਦੇ ਆ ਕੱਲੇ ਨੂੰ ਕੱਲਾ ਲੜਨ ਵਾਲਾ, ਮਹਾਬਲੀ ਕਹਿੰਦੇ ਆ ਕਿ ਜਿਹੜਾ ਕੱਲਾ 100 ਦੇ ਨਾਲ ਲੜੇ, ਤੇ ਸੂਰਮਾ ਕਹਿੰਦੇ ਨੇ ਜਿਹੜਾ ਅਣਗਿਣਤ ਦੇ ਨਾਲ ਲੜਾਈ ਕਰ ਸਕੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੀ ਹੇਤ। ਸੋ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਸ ਕਰਮਖੰਡ ਦੇ ਵਿੱਚ ਜਿਹੜੇ ਨੇ ਉਹ ਸ਼ਹੀਦ ਨਿਵਾਸ ਕਰਦੇ ਨੇ, ਉੱਥੇ ਯੋਧੇ ਨਿਵਾਸ ਕਰਦੇ ਨੇ, ਉੱਥੇ ਮਹਾਬਲੀ ਤੇ ਸੂਰਮੇ ਨਿਵਾਸ ਕਰਦੇ ਨੇ। ਆ ਜਿੰਨੇ ਸਿੰਘ ਸ਼ਹੀਦ ਹੁੰਦੇ ਆ ਨਾ, ਇਹ ਸਾਰੇ ਹੀ ਕਰਮਖੰਡ ਦੇ ਨਿਵਾਸੀ ਨੇ। ਮਹਾਰਾਜ ਕਹਿੰਦੇ ਨੇ ਤਿਨਮੈ ਰਾਮ ਰਹਿਆ ਭਰਪੂਰ। ਹੁਣ ਕਰਮਖੰਡ ਦੇ ਵਿੱਚ ਕਹਿੰਦੇ ਨੇ ਐਸੀ ਕੋਈ ਥਾਂ ਨਹੀਂ ਜਿੱਥੇ ਰਾਮਿਆ ਹੋਇਆ ਪ੍ਰਮਾਤਮਾ ਨਾ ਹੋਵੇ। ਰਾਮ ਦੇ ਅਰਥ ਨੇ ਕਿ ਜਿਹੜਾ ਹਰ ਥਾਂ ਤੇ ਮੌਜੂਦ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤਿੱਥੈ ਤਿਨਮੈ ਰਾਮ ਰਹਿਆ ਭਰਪੂਰ। ਉੱਥੇ ਹਰ ਥਾਂ ਤੇ ਪਰਮਾਤਮਾ ਰੋਮ ਰੋਮ ਦੇ ਵਿੱਚ ਅਕਾਲ ਪੁਰਖ ਵਸਦਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਇਹਨੂੰ ਸੀਤੋ ਸੀਤਾ ਨਹੀਂ ਕਹਿਣਾ, ਸੀਤੋ ਸੀਤਾ। ਸੀਤਾ ਤੇ ਪਰੋਇਆ ਹੋਇਆ, ਜਿਵੇਂ ਧਾਗੇ ਦੇ ਵਿੱਚ ਮਲਕੀ ਪਰੋ ਦੇਈਦੇ ਨਾ, ਧਾਗੇ ਨੂੰ ਕੱਢੋ ਕਿਸੇ ਕੱਪੜੇ ਚੋਂ ਤੇ ਉਹ ਬਿਲਕੁਲ ਉਹਨੂੰ ਸੀ ਦਿੰਦਾ ਹੈ। ਕਹਿੰਦੇ ਜਿਹੜਾ ਕਰਮਖੰਡ ਦੇ ਵਿੱਚ ਵਸਦਾ ਪਿਆ ਹੈ ਉਹਦੀ ਆਤਮਿਕ ਅਵਸਥਾ ਜਿਹੜੀ ਹੈ ਉਹ ਪਰਮਾਤਮਾ ਦੇ ਵਿੱਚ ਪਰੋਤੀ ਹੋਈ ਹੈ। ਆਤਮਿਕ ਅਵਸਥਾ ਜਿਹੜੀ ਆ
ਅੰਦਰ ਦਾ ਜਿਹੜਾ ਆਨੰਦ ਹੈ ਉਹ ਬਿਲਕੁਲ ਪਰੋਤਾ ਹੋਇਆ ਹੈ, ਉਹ ਪਰਮਾਤਮਾ ਦੇ ਵਿੱਚ ਵਸਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਤਾਂ ਕਿ ਰੂਪ ਨਾ ਕਥਨੇ ਜਾਹੇ। ਫਿਰ ਕਹਿੰਦੇ ਨੇ ਕਿ ਉਹਨਾਂ ਦੀ ਉਸ ਅਵਸਥਾ ਨੂੰ, ਉਹਨਾਂ ਦੇ ਸੁਭੱਪਨ ਨੂੰ, ਉਹਨਾਂ ਦੀ ਕੰਚਨ ਵੰਨੀ ਕਾਇਆ ਨੂੰ, ਉਹਨਾਂ ਦੇ ਸੋਹਣੇ ਰੂਪ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਤਾਂ ਕਿ ਰੂਪ ਤਾਂ ਬਿੰਦੀ ਲਾ ਕੇ ਨਹੀਂ ਕਹਿਣਾ, ਤਾਂ ਕਿ ਰੂਪ ਨਾ ਕਥਨੇ ਜਾਹੇ। ਮਹਾਰਾਜ ਕਹਿੰਦੇ ਨੇ ਕਿ ਉਹਨਾਂ ਦੀ ਉਸ ਅਵਸਥਾ ਸੁੰਦਰ ਸੁਹੱਪਨ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਮਹਾਰਾਜ ਕਹਿੰਦੇ ਨਾ ਉਹ ਮਰਹੇ ਨਾ ਠਾਗੇ ਜਾਹੇ। ਜਿਹੜਾ ਕਰਮ ਖੰਡ ਦਾ ਵਾਸੀ ਹੈ ਮਹਾਰਾਜ ਕਹਿੰਦੇ ਉਹ ਮਰਦਾ ਨਹੀਂ ਆ, ਨਾ ਉਹ ਮਰੇ ਨਾ ਠਾਗੇ ਜਾਹੇ, ਉਹਨੂੰ ਮਾਇਆ ਠੱਗ ਕੇ ਨਹੀਂ ਲਿਜਾ ਸਕਦੀ। ਇਹੀ ਕਾਰਨ ਆ ਕਿ ਜਿਸ ਸੰਤ ਨੂੰ, ਜਿਸ ਸ਼ਹੀਦ ਨੂੰ, ਜਿਸ ਯੋਧੇ ਨੂੰ ਤੁਸੀਂ ਯਾਦ ਕਰੋਗੇ ਉਹ ਹਰ ਵੇਲੇ ਤੁਹਾਡੇ ਕੋਲ ਮਹਿਸੂਸ ਹੋਵੇਗਾ। ਇਹ ਹਕੀਕਤ ਆ ਜੀ। ਸਤਿਗੁਰੂ ਮਹਾਰਾਜ ਕਹਿੰਦੇ ਕੇਵਲ ਸਰੀਰ ਮਰਦਾ ਏ, ਉਹ ਕਦੀ ਨਹੀਂ ਮਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹ ਹਮੇਸ਼ਾ ਜਿਉਂਦਾ ਹੈ ਕਿਉਂਕਿ ਉਹ ਜਾਂਦਾ ਕਿਤੇ ਨਹੀਂ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਉਹ ਮਰੇ ਨਾ ਠਾਗੇ ਜਾਹੇ। ਕਿਹੜੇ ਮਰਦੇ ਨਹੀਂ ਆ, ਕਿਹੜੇ ਮਾਇਆ ਕੋਲ ਠੱਗੇ ਨਹੀਂ ਜਾਂਦੇ। ਜਿਨ ਕੈ ਕੇ ਨਹੀਂ ਕੈ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਮਨ ਦੇ ਵਿੱਚ ਉਹ ਰਮਿਆ ਹੋਇਆ ਪਰਮਾਤਮਾ ਵਸਦਾ ਹੈ। ਮਹਾਰਾਜ ਕਹਿੰਦੇ ਨਾ ਮਾਇਆ ਠੱਗਦੀ ਏ। ਕਬੀਰ ਸਾਹਿਬ ਦਾ ਇੱਕ ਬਚਨ ਆ ਜੀ, ਉਹ ਕਹਿੰਦੇ ਨੇ ਕਬੀਰ ਆਈ ਮੁਝੇ ਪਹਿ ਅੰਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਮਾਇਆ ਜਿਹੜੀ ਹੈ ਉਹ ਅਨੇਕਾਂ ਭੇਖ ਬਣਾ ਕਰਕੇ, ਅਨੇਕਾਂ ਤਰ੍ਹਾਂ ਦੇ ਰੂਪ ਬਣਾ ਕਰਕੇ ਆਉਂਦੀ ਆ। ਤੇ ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਵੀ ਆਏ ਕਿ ਕਬੀਰ ਨੂੰ ਠੱਗ ਲਵਾਂ। ਕਬੀਰ ਸਾਹਿਬ ਕਹਿੰਦੇ ਨੇ ਮੈਂ ਗੁਰੂ ਦੇ ਸ਼ਬਦ ਪਿੱਛੇ ਤੁਰਿਆ ਤੇ ਗੁਰੂ ਨੇ ਇਸ ਮਾਇਆ ਦੇ ਠੱਗਾਂ ਤੋਂ ਮੈਨੂੰ ਬਚਾ ਦਿੱਤਾ। ਮਾਇਆ ਕਦੀ ਧਨ ਦੇ ਰੂਪ ਦੇ ਵਿੱਚ ਆਏਗੀ, ਕਦੀ ਰਿਸ਼ਤਿਆਂ ਦੇ ਰੂਪ ਦੇ ਵਿੱਚ ਆਏਗੀ, ਕਦੀ ਸੰਪत्ति ਦੇ ਰੂਪ ਦੇ ਵਿੱਚ ਆਏਗੀ। ਮਹਾਰਾਜ ਕਹਿੰਦੇ ਨੇ ਇਹ ਮਾਇਆ ਜਿਹੜੀ ਹੈ ਇਹਦੇ ਅਨੇਕਾਂ ਰੂਪ ਨੇ, ਪਰ ਜਿਹੜਾ ਗੁਰਮਤਿ ਦੇ ਅਨੁਸਾਰ ਚੱਲਦਾ ਹੈ ਸਤਿਗੁਰ ਮਹਾਰਾਜ ਕਹਿੰਦੇ ਨੇ ਫਿਰ ਉਹਨੂੰ ਮਾਇਆ ਨਹੀਂ ਠੱਗਦੀ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੇ ਮਨ ਮਾਹੇ। ਅੱਗੇ ਮਹਾਰਾਜ ਕਹਿੰਦੇ ਨੇ ਤਿਥੈ ਭਗਤ ਵਸਹੇ ਕੇ ਲੋ। ਮਹਾਰਾਜ ਕਹਿੰਦੇ ਨੇ ਉਸ ਅਵਸਥਾ ਵਿੱਚ ਕਰਮ ਖੰਡ ਦੇ ਵਿੱਚ ਭਗਤ ਜਿਹੜੇ ਨੇ ਉਹਨਾਂ ਦੇ ਭਵਨ ਨੇ, ਉਹਨਾਂ ਦੇ ਵੀ ਇਲਾਕੇ ਬਣੇ ਨੇ, ਉਹਨਾਂ ਦੇ ਅਸਥਾਨ ਬਣੇ ਨੇ ਤੇ ਉਹਨਾਂ ਭਵਨਾਂ ਦੇ ਵਿੱਚ ਭਗਤ ਵਸਦੇ ਨੇ। ਕਰਹੇ ਆਨੰਦ ਸੱਚਾ ਮਨ ਸੋਏ। ਇੱਕ ਤਾਂ ਸ਼ਹੀਦ ਵਸੇ, ਯੋਧੇ ਵਸੇ, ਭਗਤ ਵਸੇ, ਸੰਤ ਵਸਦੇ ਪਏ ਨੇ ਤੇ ਕਹਿੰਦੇ ਕਰਹੇ ਆਨੰਦ ਸੱਚਾ ਮਨ ਸੋਏ। ਉਹ ਹਮੇਸ਼ਾ ਹੀ ਆਨੰਦ ਦੇ ਵਿੱਚ ਨੇ, ਖਿੜੇ ਹੋਏ ਮਨ ਦੇ ਵਿੱਚ ਰਹਿੰਦੇ ਨੇ ਤੇ ਸਦਾ ਹੀ ਉਸ ਪਰਮਾਤਮਾ ਨੂੰ ਸੱਚਾ ਮਨ ਸੋਏ। ਉਹਨਾਂ ਦੇ ਮਨ ਦੇ ਵਿੱਚ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਸੱਚਖੰਡ ਵਸੈ ਨਿਰੰਕਾਰ। ਇਹ ਹੈ ਪੰਜਵਾਂ ਖੰਡ। ਮਹਾਰਾਜ ਕਹਿੰਦੇ ਨੇ ਪੰਜਵੇਂ ਖੰਡ ਦੇ ਵਿੱਚ ਕੌਣ ਰਹਿੰਦਾ ਹੈ? ਕਹਿੰਦੇ ਨੇ ਉੱਥੇ ਨਿਰੰਕਾਰ ਰਹਿੰਦਾ ਹੈ, ਜਿਹਨੂੰ ਇੱਕ ਓੰਕਾਰ ਸਤਿਗੁਰੂ ਮਹਾਰਾਜ ਨੇ ਆਰੰਭ ਤੇ ਆਖਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੱਚਖੰਡ ਦੇ ਵਿੱਚ ਅਕਾਲ ਪੁਰਖ ਹੈ। ਮਨੁੱਖ ਦੇ ਅੰਦਰ ਉਸ ਅਕਾਲ ਪੁਰਖ ਆਪ ਹੀ ਵਸਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਜਿਹੜੀ ਅਵਸਥਾ ਹੈ ਨਾ, ਜਦੋਂ ਤੁਸੀਂ ਨਾਮ ਜਪੋਗੇ, ਇਹ ਨਾਮ ਜਪਦਿਆਂ ਇਹ ਸਾਰੇ ਖੰਡਾਂ ਦੇ ਵਿੱਚੋਂ ਲੰਘ ਕੇ ਜਾਓਗੇ ਤੇ ਅਖੀਰ ਤੇ ਜਿਹੜਾ ਖੰਡ ਪ੍ਰਾਪਤ ਹੋਏਗਾ ਉਹ ਹੈ ਸੱਚਖੰਡ। ਤੇ ਕਹਿੰਦੇ ਨੇ ਉੱਥੇ ਕੀ ਵਸਦਾ? ਸੱਚਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ। ਉਹ ਸਾਰੀ ਸ੍ਰਿਸ਼ਟੀ ਬਣਾਈ, ਸ੍ਰਿਸ਼ਟੀ ਬਣਾ ਕੇ ਮਿਹਰ ਦੀ ਨਿਗਾਹ ਦੇ ਨਾਲ ਤੱਕਦਾ ਹੈ ਤੇ ਤੱਕ ਕਰਕੇ ਉਹ ਸਾਰਿਆਂ ਦੀ ਸੰਭਾਲ ਕਰਦਾ ਪਿਆ ਹੈ। ਮਹਾਰਾਜ ਆਖਦੇ ਨੇ ਤਿਥੈ ਖੰਡ ਮੰਡਲ ਵਰਪੰਡ। ਮਹਾਰਾਜ ਕਹਿੰਦੇ ਉਸ ਅਵਸਥਾ ਦੇ ਵਿੱਚ ਜਦੋਂ ਪਰਮਾਤਮਾ ਨਾਲ ਕੋਈ ਇੱਕ ਮਿਕ ਹੋ ਜਾਂਦਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਦੁਆਏ ਤੇ ਏਕ ਰੂਪ ਹੋਏ ਗਏ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਉਸ ਅਵਸਥਾ ਦੇ ਅੰਦਰ ਬਹੁਤ ਸਾਰੇ ਖੰਡ, ਧਰਤੀਆਂ ਦੇ ਟੁਕੜੇ, ਬਹੁਤ ਸਾਰੇ ਮੰਡਲ, ਇਹ ਬ੍ਰਹਿਮੰਡ, ਗਲੈਕਸੀਆਂ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਬ੍ਰਹਿਮੰਡ ਇੰਨੇ ਕੁ ਬੇਅੰਤ ਦਿਸਣ ਲੱਗ ਪੈਂਦੇ ਨੇ। ਮਹਾਰਾਜ ਕਹਿੰਦੇ ਜੇ ਕੋ ਕਥੈ
ਤਾਂ ਅੰਤ ਨਾ ਅੰਤ, ਇੱਥੇ ਤੱਤਾ ਵੀ ਮੁਕਤਾ ਤੇ ਨੰਨਾ ਵੀ ਮੁਕਤਾ। ਜੇ ਕੋ ਕਥਾ ਮਹਾਰਾਜ ਕਹਿੰਦੇ ਜੇਕਰ ਕੋਈ ਮਨੁੱਖ ਕਥਨ ਦਾ ਯਤਨ ਕਰਨ ਲੱਗੇ ਤਾਂ ਉਹ ਮਾੜਾ ਜਿੰਨਾ ਵੀ ਨਹੀਂ ਪਹੁੰਚ ਸਕਦਾ, ਓੜਕ ਨਹੀਂ ਪਹੁੰਚ ਸਕਦਾ, ਕੰਢੇ ਤੱਕ ਨਹੀਂ ਪਹੁੰਚ ਸਕਦਾ। ਤਿੱਥੈ ਲੋ ਆਕਾਰ, ਮਹਾਰਾਜ ਕਹਿੰਦੇ ਉੱਥੇ ਫਿਰ ਬੇਅੰਤ ਭਵਨ ਨੇ, ਬੇਅੰਤ ਆਕਾਰ ਦਿਸਦੇ ਨੇ, ਬੇਅੰਤ ਬ੍ਰਹਿਮੰਡ ਰਚਨਾ ਦਿਸਦੀ ਹੈ। ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਕਹਿੰਦੇ ਨੇ ਫਿਰ ਉਸ ਅਵਸਥਾ ਦੇ ਵਿੱਚ ਸੱਚਖੰਡ ਦੇ ਅੰਦਰ ਪਰਮਾਤਮਾ ਦੀ ਕਾਰ ਚੱਲਦੀ ਦਿਸਦੀ ਹੈ, ਉਹਦਾ ਹੁਕਮ ਚੱਲਦਾ ਦਿਸਦਾ ਹੈ। ਜਿਵ ਜਿਵ ਹੁਕਮ, ਜਿਉਂ ਜਿਉਂ ਉਹ ਹੁਕਮ ਕਰਦਾ ਹੈ, ਤਿਵੇਂ ਤਿਵਕਾਰ, ਉਵੇਂ ਉਵੇਂ ਫਿਰ ਸਾਰਾ ਜਿਹੜਾ ਹੈ ਇਹ ਬ੍ਰਹਿਮੰਡ, ਇਹ ਸਿਸਟਮ ਇਹ ਚੱਲਦਾ ਪਿਆ ਹੈ। ਵਿਖੈ ਵਿਗਸੈ ਕਰ ਵਿਚਾਰ, ਸਤਿਗੁਰੂ ਮਹਾਰਾਜ ਕਹਿੰਦੇ ਉਹ ਫਿਰ ਪ੍ਰਤੱਖ ਦਿਸਦਾ ਹੈ ਕਿ ਅਕਾਲ ਪੁਰਖ ਵਿਚਾਰ ਕਰਕੇ ਸਭ ਜੀਵਾਂ ਦੀ ਉਹ ਆਪ ਸੰਭਾਲ ਕਰਦਾ ਹੈ। ਨਾਨਕ ਕਥਨਾ ਕਰੜਾ ਸਾਰ, ਜਿਹਨੂੰ ਮਹਾਰਾਜ ਬਾਰ-ਬਾਰ ਆਖਦੇ ਨੇ ਕਿ ਮੈਂ ਨਹੀਂ ਬਿਆਨ ਕਰ ਸਕਦਾ। ਮਹਾਰਾਜ ਕਹਿੰਦੇ ਇਹ ਕਥਨਾ ਕਰੜਾ ਸਾਰ ਹੈ, ਭਾਵ ਇਹ ਹੈ ਕਿ ਇਸ ਅਵਸਥਾ ਨੂੰ ਕਥਨ ਕਰਨਾ ਅਤਿਅੰਤ ਔਖਾ ਹੈ, ਕਹਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ, ਮਹਿਸੂਸ ਕੀਤਾ ਜਾ ਸਕਦਾ ਹੈ। ਜੇਕਰ ਜਿਵੇਂ ਭਗਤ ਸਾਹਿਬ ਜੀ ਆਖਦੇ ਆ ਨਾ ਕਿ ਗੂੰਗੇ ਨੂੰ ਗੁੜ ਖਵਾ ਦੋ ਤੇ ਗੂੰਗਾ ਗੁੜ ਖਾ ਕੇ ਹੁਣ ਉਹਨੂੰ ਇਹ ਦੱਸੋ ਕਿ ਗੁੜ ਦਾ ਸਵਾਦ ਕੀ, ਤੂੰ ਬੋਲ, ਉਹ ਮੁਸਕਰਾ ਜ਼ਰੂਰ ਦੇਗਾ, ਉਹ ਮਹਿਸੂਸ ਜ਼ਰੂਰ ਕਰ ਲੇਗਾ, ਪਰ ਉਹ ਦੱਸ ਨਹੀਂ ਸਕੇਗਾ ਕਿ ਗੁੜ ਦਾ ਸਵਾਦ ਕਿਵੇਂ ਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਨੂੰ ਪੁੱਛੋ ਗੁੜ ਦਾ ਸਵਾਦ ਕਿਵੇਂ ਦਾ, ਉਹ ਕੇਵਲ ਮੁਸਕਰਾਏਗਾ, ਉਹ ਸਵਾਦ ਨਹੀਂ ਦੱਸ ਸਕੇਗਾ। ਮਹਾਰਾਜ ਕਹਿੰਦੇ ਨੇ ਕਥਨਾ ਕਰੜਾ ਸਾਰ, ਕਹਿੰਦੇ ਨੇ ਉਹ ਕਰੜਾ ਹੈ, ਔਖਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਜਪ ਪਹਾਰਾ ਤੀਰਥ ਸੁਨਿਆਰ। ਹੁਣ ਮਹਾਰਾਜ ਕਹਿੰਦੇ ਨੇ ਇਸ ਟਕਸਾਲ ਵਿੱਚ ਜੀਵਨ ਦੀ ਘਾੜਤ ਕਿਵੇਂ ਘੜੀ ਦੀ ਹੈ, ਇਹ ਆਖਰੀ ਪੌੜੀ। ਮਹਾਰਾਜ ਕਹਿੰਦੇ ਨੇ ਜਪ ਰੂਪ ਦੁਕਾਨ ਹੋਵੇ, ਜਪ ਪਹਾਰਾ, ਜਪ ਦੀ ਦੁਕਾਨ ਹੋਵੇ, ਧੀਰਜ ਰੂਪੀ ਸੁਨਿਆਰਾ। ਸੁਨਿਆਰੇ ਦਾ ਜ਼ਿਕਰ ਤਾਂ ਕੀਤਾ, ਦੇਖੋ ਲੋਹਾਰ ਦੇ ਕੋਲ ਕੋਈ ਲੋਹਾ ਲੈ ਕੇ ਜਾਏ ਤੇ ਜ਼ੋਰ ਜ਼ੋਰ ਦੀ ਥੋੜੀਆਂ ਮਾਰੇਗਾ, ਪੂਰਾ ਜ਼ੋਰ ਲਾ ਦੇਗਾ, ਉਹ ਕਹੇਗਾ ਮੈਂ ਇਹਦਾ ਅੱਜ ਹੀ ਆਕਾਰ ਬਦਲ ਦੇਣਾ। ਪਰ ਜਦੋਂ ਸੋਨੇ ਦਾ ਗਹਿਣਾ ਬਣਾਇਆ ਜਾਂਦਾ ਉੱਥੇ ਜ਼ੋਰ ਨਹੀਂ ਲਾਇਆ ਜਾਂਦਾ, ਉੱਥੇ ਧਿਆਨ ਲਾਇਆ ਜਾਂਦਾ, ਬਿਲਕੁਲ ਧਿਆਨ ਦੇ ਨਾਲ ਉਹਦੇ ਤੇ ਕਾਰੀਗਰੀ ਕੀਤੀ ਜਾਏਗੀ। ਮਹਾਰਾਜ ਕਹਿੰਦੇ ਨੇ ਧੀਰਜ ਕਿਵੇਂ ਦੀ ਹੋਵੇ, ਕਹਿੰਦੇ ਜਿਵੇਂ ਸੁਨਿਆਰਾ ਧੀਰਜ ਦੇ ਵਿੱਚ ਗਹਿਣੇ ਬਣਾਉਂਦਾ ਹੈ। ਹੁਣ ਦੇਖੋ ਸੁਨਿਆਰੇ ਨੂੰ ਗਹਿਣੇ ਬਣਾਉਂਦਿਆਂ ਦੇਖਿਓ, ਉਹ ਕੋਠਾਲੀ ਦੇ ਵਿੱਚ ਨਾ ਉਹ ਸੋਨੇ ਨੂੰ ਰੱਖੇਗਾ, ਉੱਤੇ ਸੁਹਾਗਾ ਪਾਏਗਾ, ਇੱਕ ਪਾਈਪ ਜੀ ਮੂੰਹ ਦੇ ਵਿੱਚ ਲੈ ਕੇ ਤੇ ਉਹ ਅੱਗ ਦਾ ਸੇਕ ਜਿਹੜਾ ਹੈ ਉਹਦੇ ਤੇ ਪਾਈ ਜਾਏਗਾ, ਸੋਨੇ ਤੇ ਪਾਏਗਾ। ਤੇ ਜੇਕਰ ਕੋਈ ਪੁੱਛਣ ਚਲੇ ਜੇ ਕਿ ਆਹ ਸੋਨਾ ਕੀ ਰੇਟ ਆ ਜਾਂ ਮੈਂ ਗਹਿਣਾ ਬਣਾਉਣਾ, ਉਹ ਨਾਲ ਨਾਲ ਆਪਣਾ ਕੰਮ ਨਹੀਂ ਛੱਡਦਾ, ਉਹ ਨਾਲ ਨਾਲ ਉਹ ਗਹਿਣਾ ਬਣਾਈ ਜਾਂਦਾ ਹੈ, ਫੂਕ ਵੀ ਉੱਤੇ ਉਹਦੇ ਤੇ ਉਹ ਅੱਗ ਦੀ ਮਾਰੀ ਜਾਏਗਾ ਤੇ ਨਾਲ ਨਾਲ ਗੱਲਾਂ ਕਰੇਗਾ। ਪਰ ਜੇਕਰ ਕੋਈ ਧੀਰਜਹੀਣਾ ਮਨੁੱਖ ਉਹ ਕਹੇ ਮੈਂ ਇਸ ਤਰ੍ਹਾਂ ਕਰ ਸਕਦਾ ਹੈ, ਹੁਣ ਉਹੀ ਆਗਿਆ ਜੇਕਰ ਫੂਕ ਬਾਹਰ ਮਾਰੀ ਤੇ ਉਹ ਸੋਨੇ ਦੇ ਉੱਤੇ ਉਹ ਅੱਗ ਪਏਗੀ, ਤੇ ਜੇ ਉਹ ਹਵਾ ਕਿਤੇ ਅੰਦਰ ਨੂੰ ਖਿੱਚ ਲਈ ਤੇ ਉਹ ਮੂੰਹ ਨੂੰ ਸਾੜ ਦੇਵੇਗੀ। ਇਹ ਹੈ ਅੰਦਰ ਦੀ ਸੁਰਤ ਨੂੰ ਟਿਕਾ ਕਰਕੇ ਧਿਆਨ ਲਾ ਕੇ ਕੋਈ ਕਾਰਜ ਨੂੰ ਕਰਨਾ। ਮਹਾਰਾਜ ਕਹਿੰਦੇ ਨੇ ਜਤ ਰੂਪੀ ਦੁਕਾਨ ਹੋਵੇ, ਧੀਰਜ ਸੁਨਿਆਰ ਬਣ ਜਾਏ, ਅਹਰਨ ਮਤ ਵੇਦ ਹਥਿਆਰ। ਮਨੁੱਖ ਜਿਹੜਾ ਹੈ ਆਪਣੇ ਮਨ ਨੂੰ ਜਿਹੜਾ ਹੈ ਉਹ ਮਤ ਨੂੰ ਅਹਰਨ ਬਣਾ ਲਵੇ। ਅਹਰਨ ਥੱਲੇ ਰੱਖਿਆ ਹੋਇਆ ਲੋਹਾ, ਅਹਰਨ ਤੁਸੀਂ ਦੇਖਦੇ ਹੋ ਨਾ ਕਿ ਜਦੋਂ ਕੋਈ ਲੋਹਾ ਵੀ ਤੋੜਨਾ ਹੋਵੇ ਨਾ ਤੇ ਥੱਲੇ ਛੋਟਾ ਜਿਹਾ ਲੋਹੇ ਦਾ ਟੁਕੜਾ ਰੱਖਿਆ ਹੁੰਦਾ ਹੈ, ਉਹਦੇ ਉੱਤੇ ਸਰੀਆ ਜਾਂ ਉਹਦੇ ਉੱਤੇ ਕੁਝ ਹੋਰ ਚੀਜ਼ ਰੱਖਣਗੇ, ਫਿਰ ਉੱਤੇ ਹਥੌੜੀ ਮਾਰਨਗੇ, ਉਹਨੂੰ ਕਹਿੰਦੇ ਨੇ ਆਰਨ। ਮਹਾਰਾਜ ਕਹਿੰਦੇ ਆਹਰਨ ਮਤ ਵੇਦ ਹਥਿਆਰ। ਜਿਹੜੇ ਧਰਮ ਦਾ ਗਿਆਨ ਹੈ ਉਹ ਹਥੌੜਾ ਹੋਵੇ ਤੇ ਮਤ ਜਿਹੜੀ ਹੈ ਉਹ ਥੱਲੇ ਆਹਰਨ ਹੋਵੇ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਬਚਨ ਨੇ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ ਇਹ ਮਤ ਜਿਹੜੀ ਹੈ ਇਹ ਹਾਥੀ ਵਰਗੀ ਹੋਈ ਪਈ ਹੈ, ਗੁਰੂ ਨੂੰ ਉੱਤੇ ਜਿਹੜਾ ਹੈ ਉਹ ਮੁਹਾਵਤ ਬਣਾ ਕਰਕੇ
ਗਿਆਨ ਦਾ ਕੁੰਡਾ ਸਿਰ ਦੇ ਉੱਤੇ ਰੱਖੋ, ਫਿਰ ਜਿਹੜਾ ਹੈ ਇਹ ਮਨ ਰੂਪੀ ਹਾਥੀ ਵਸ ਵਿੱਚ ਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਆਹਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ, ਤੇ ਅਕਾਲ ਪੁਰਖ ਦਾ ਜਿਹੜਾ ਡਰ ਹੈ ਭਉ ਖੱਲਾ, ਉਹ ਜਿਹੜੀ ਫੂਕ ਮਾਰਨ ਵਾਲੀ ਧੂਕਣੀ, ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਦਾ ਡਰ ਜਿਹੜਾ ਹੈ ਉਹਨੂੰ ਉਹ ਧੂਕਣੀ ਬਣਾ, ਅਗਨ ਤਪ ਤਾਉ, ਤੇ ਜਿਹੜੀ ਤੂੰ ਸੇਵਾ ਕਰਦਾ ਹੈ, ਜਿਹੜੀ ਤੂੰ ਘਾਲ ਕਰਦਾ ਹੈ, ਜਿਹੜੀ ਤੂੰ ਧਾਰਮਿਕ ਕਮਾਈ ਕਰਦਾ ਹੈ, ਮਹਾਰਾਜ ਕਹਿੰਦੇ ਨੇ ਇਹਨੂੰ ਫਿਰ ਤੂੰ ਤਪ ਬਣਾ, ਭਉ ਨੂੰ ਖੱਲਾ ਬਣਾਉਣਾ ਹੈ, ਧੂਕਣੀ ਬਣਾਉਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਅੱਗ ਕਿਹੜੀ ਚਾਹੀਦੀ ਆ, ਜਿਹੜਾ ਜਪ ਤੇ ਤਪ ਕਰਨਾ, ਸੇਵਾ ਤੇ ਸੰਗਤ ਕਰਨੀ, ਇਹ ਅੱਗ ਹੋਵੇ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਤੇ ਪ੍ਰੇਮ ਦੀ ਕੁਠਾਲੀ ਦੇ ਵਿੱਚ ਰੱਖ ਕਰਕੇ ਅਕਾਲ ਪੁਰਖ ਦਾ ਅੰਮ੍ਰਿਤ ਜਿਹੜਾ ਹੈ ਉਹ ਉਹਦੇ ਵਿੱਚ ਪਾਉਣਾ ਸ਼ੁਰੂ ਕਰ। ਅੰਮ੍ਰਿਤ ਪਾ ਕਰਕੇ ਜਿੱਦਾਂ ਸੁਹਾਗਾ ਪਾ ਕੇ ਸੋਨੇ ਦੇ ਵਿੱਚੋਂ ਮੈਲ ਖਤਮ ਕਰੀਦੀ ਨਾ, ਜਿਉਂ ਕੰਚਨ ਸੁਹਾਗਾ ਢਾਲੇ, ਮਹਾਰਾਜ ਕਹਿੰਦੇ ਪਰਮਾਤਮਾ ਦਾ ਅੰਮ੍ਰਿਤ ਤਿਤ ਢਾਲ, ਪਰਮਾਤਮਾ ਦਾ ਨਾਮ ਅੰਮ੍ਰਿਤ ਵਿੱਚ ਪਾ, ਜਿੰਦੇ ਨਾਲ ਜਿਹੜਾ ਹੈ ਇਹ ਭਉ ਰੂਪੀ ਭਾਂਡਾ ਤਿਆਰ ਹੋਵੇਗਾ। ਘੜੀਐ ਸ਼ਬਦ ਸੱਚੀ ਟਕਸਾਲ, ਮਹਾਰਾਜ ਕਹਿੰਦੇ ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਹੈ ਜਿੰਦੇ ਵਿੱਚ ਗੁਰੂ ਦੇ ਸ਼ਬਦ ਦੀ ਘਾਟ ਘੜੀ ਜਾਂਦੀ ਹੈ, ਤੇ ਘੜੀ ਕਿੰਦੀ ਜਾਂਦੀ, ਮਿਲਦਾ ਕਿਨੂੰ ਹੈ? ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਤਿਨਕਾਰ, ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਨਦਰ ਤੋਂ ਭਾਵ ਬਖਸ਼ਿਸ਼, ਕਰਮ ਤਿਨਕਾਰ, ਜਿਨ੍ਹਾਂ ਨੂੰ ਪਰਮਾਤਮਾ ਦੀ ਮਿਹਰ ਮਿਲ ਜਾਂਦੀ ਹੈ, ਮਿਹਰ ਦੀ ਨਜ਼ਰ ਮਿਲਦੀ ਹੈ, ਉਹਨਾਂ ਮਨੁੱਖਾਂ ਦੀ ਘਾਟ ਜਿਹੜੀ ਹੈ ਇਹ ਸ਼ਬਦ ਸੱਚੀ ਟਕਸਾਲ ਦੇ ਵਿੱਚ ਘੜੀ ਜਾਂਦੀ ਹੈ। ਨਾਨਕ ਨਦਰੀ ਨਦਰ ਨਿਹਾਲ, ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ, ਉਹਦੀ ਕਿਰਪਾ ਦ੍ਰਿਸ਼ਟੀ ਦੇ ਨਾਲ, ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਜੀਵਨ ਜਿਹੜਾ ਹੈ ਉਹ ਨਿਹਾਲ ਹੋ ਜਾਂਦਾ ਹੈ। ਇੱਥੋਂ ਤੱਕ 38 ਪੌੜੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਾਹਕਾਰ ਬਾਣੀ ਜਪਜੀ ਸਾਹਿਬ ਸੰਪੂਰਨ। ਅੱਗੇ ਸਤਿਗੁਰ ਮਹਾਰਾਜ ਨੇ ਅਖੀਰ ਵਿੱਚ ਸ਼ਲੋਕ ਦਿੱਤਾ ਹੈ ਔਰ ਸਿਰਲੇਖ ਵੀ ਲਿਖ ਦਿੱਤਾ। ਸ਼ਲੋਕ ਪਹਿਲਾ ਸ਼ਲੋਕ ਸੀ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਵਰਤਿਆ। ਦੂਸਰਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ। ਜਿਹੜੇ ਸਹਿਜ ਪਾਠ ਕਰਦੇ ਉਹਨਾਂ ਨੂੰ ਪਤਾ ਹੈ ਕਿ ਮਾਝ ਰਾਗ ਦੀ ਵਾਰ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਇਹੀ ਸ਼ਲੋਕ ਵਰਤਿਆ ਹੈ। ਥੋੜਾ ਥੋੜਾ ਅੰਤਰ ਹੈ, ਇੱਥੇ ਪਵਨ ਗੁਰੂ ਉੱਥੇ ਪਵਨ ਗੁਰੂ ਹੈ। ਇੱਥੇ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉੱਥੇ ਹੈ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਪਵਨ ਗੁਰੂ ਹੈ। ਹਵਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਹਵਾ ਨੂੰ ਗੁਰੂ ਕਿਉਂ ਆਖਿਆ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਮੰਤਰ ਦਿੜਾਇਆ। ਪਵਨ ਅੰਦਰ ਜਾਂਦੀ ਏ, ਹਵਾ ਅੰਦਰ ਜਾਂਦੀ ਹੈ ਨਾ ਸਭ ਤੋਂ ਪਹਿਲਾਂ ਸਾਡੇ, ਤੇ ਹਵਾ ਅੰਦਰ ਜਾ ਕੇ ਤੇ ਸਾਡੀ ਨਾਭੀ ਦੇ ਨਾਲ ਧੁਨੀ ਦੇ ਨਾਲ ਟਕਰਾਉਂਦੀ ਅੰਦਰ ਜਾ ਕੇ, ਉਹਨੂੰ ਕਹਿੰਦੇ ਨੇ ਪਰਾ ਬਾਣੀ ਪੈਦਾ ਹੋਣੀ। ਜਦੋਂ ਉਥੋਂ ਕੇਵਲ ਸਾਊਂਡ ਪੈਦਾ ਹੁੰਦਾ ਹੈ, ਆਵਾਜ਼ ਪੈਦਾ ਹੁੰਦੀ, ਸ਼ਬਦ ਨਹੀਂ, ਕੇਵਲ ਆਵਾਜ਼। ਪਰਾ ਤੋਂ ਅੱਗੇ ਹਿਰਦੇ ਤੱਕ ਰੱਖ ਕੇ ਇਹ ਦੂਸਰੀ ਬਾਣੀ ਹੈ ਜਿਹਨੂੰ ਕਹਿੰਦੇ ਨੇ ਪਸੰਤੀ। ਇੱਥੇ ਆ ਕੇ ਫਿਰ ਅੱਖਰ ਮਿਲਦੇ ਆ। ਇਹ ਜਦੋਂ ਪਸੰਤੀ ਤੋਂ ਗਲੇ ਤੱਕ ਆਉਂਦੀ ਇਹਨੂੰ ਕਹਿੰਦੇ ਨੇ ਮਧਮਾ। ਇੱਥੇ ਅੱਖਰ ਜੁੜ ਜਾਂਦੇ ਆ, ਕੱਲਾ ਕੱਲਾ ਅੱਖਰ ਇੱਥੇ ਸ਼ਬਦ ਬਣ ਜਾਂਦਾ ਹੈ। ਤੇ ਜਦੋਂ ਇਹਨੂੰ ਅਸੀਂ ਬਾਹਰ ਬੋਲਦੇ ਆ ਇਹਨੂੰ ਕਹਿੰਦੇ ਨੇ ਪਸੰਦੀ। ਇਹ ਵਾਕ ਬਣ ਜਾਂਦਾ ਜਿਹਨੂੰ ਅਸੀਂ ਬੋਲ ਚਾਲ ਦੀ ਬੋਲੀ ਆਖਦੇ ਆ। ਦੁਬਾਰਾ ਸੁਣਿਓ, ਹਵਾ ਸਾਡੇ ਅੰਦਰ ਗਈ, ਉਹ ਨਾਭੀ ਦੇ ਨਾਲ ਟਕਰਾਈ, ਉਹਨੂੰ ਕਿਹਾ ਪਰਾ ਹੈ। ਪਰਾ ਤੋਂ ਉੱਪਰ ਉੱਠੀ, ਉਹਨੂੰ ਕਿਹਾ ਪਸੰਤੀ। ਜਿੱਥੇ ਅੱਖਰ ਮਿਲੇ ਪਸੰਤੀ ਤੋਂ ਉੱਤੇ ਗਲੇ ਤੱਕ ਉਹ ਧੁਨੀ ਆਈ, ਉੱਥੇ ਸ਼ਬਦਾਂ ਦਾ ਜੋੜ ਬਣਿਆ। ਤੇ ਇਹ ਸ਼ਬਦਾਂ ਦਾ ਜੋੜ ਸੀ ਪਰਾ ਪਸੰਤੀ ਮਧਮਾ। ਤੇ ਜਦੋਂ ਬੋਲ ਦਿੱਤਾ ਮੁਖ ਤੇ ਰਾਹੀਂ ਜੀਭ ਨਾਲ ਅੱਖਰਾਂ ਨੂੰ ਬੋਲਿਆ, ਉਹਨੂੰ ਕਹਿੰਦੇ ਨੇ ਬੈਖਰੀ ਬਾਣੀ। ਮਹਾਰਾਜ ਕਹਿੰਦੇ ਨੇ ਪਵਨ ਗੁਰੂ ਗੁਰ ਸ਼ਬਦ ਹੈ,
ਵਾਹਿਗੁਰੂ ਗੁਰ ਮੰਤਰ ਦਿੜਾਇਆ, ਹਵਾ ਪਵਨ ਅੰਦਰ ਗਈ, ਉਹਨੇ ਅੰਦਰ ਜਾ ਕੇ ਧੁਨੀ ਪੈਦਾ ਕੀਤੀ, ਅੱਖਰ ਬਣੇ, ਸ਼ਬਦ ਬਣੇ। ਇਸ ਸ਼ਬਦਾਂ ਨੂੰ ਹਵਾ ਨੇ ਜਿਹੜਾ ਸੀ ਅੱਖਰਾਂ ਦਾ ਰੂਪ ਦਿੱਤਾ, ਜਿੰਦੇ ਕਰਕੇ ਅਸੀਂ ਉਹਨੂੰ ਬਿਆਨ ਕਰ ਦਿੱਤਾ। ਮਹਾਰਾਜ ਕਹਿੰਦੇ ਪਵਨ ਕੀ ਹੈ? ਗੁਰੂ ਹੈ। ਪਾਣੀ ਨੂੰ ਪਿਤਾ ਆਖਿਆ ਗਿਆ। ਮਹਾਰਾਜ ਕਹਿੰਦੇ ਇਹ ਪ੍ਰਾਣ ਜਿਹੜੇ ਨੇ ਇਹ ਸਰੀਰ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਰੀਰ ਨੂੰ ਇਉਂ ਹਨ ਜਿਵੇਂ ਗੁਰੂ ਜੀਵਾਂ ਨੂੰ ਆਤਮਾ ਦਿੰਦਾ ਪਿਆ ਹੈ। ਦੂਸਰੇ ਅਰਥ ਦਿੰਦੇ, ਜੇ ਪ੍ਰਾਣ ਨਹੀਂ ਹੋਣਗੇ, ਸਵਾਸ ਨਹੀਂ ਹੋਣਗੇ ਤੇ ਉਹ ਸਰੀਰ ਮੁਰਦਾ ਹੈ, ਤੇ ਜਿਸ ਕੋਲ ਗੁਰੂ ਨਹੀਂ ਹੋਏਗਾ ਉਹਦਾ ਮਨ ਮੁਰਦਾ ਹੈ। ਜਿਹਦੇ ਕੋਲ ਸਾਹ ਨਹੀਂ ਉਹਦਾ ਸਰੀਰ ਮੁਰਦਾ, ਜਿਹਦੇ ਕੋਲ ਗੁਰੂ ਨਹੀਂ ਉਹਦੇ ਵਿਚਾਰ ਮੁਰਦਾ। ਮਹਾਰਾਜ ਕਹਿੰਦੇ ਪਵਨ ਗੁਰੂ ਹੈ ਤੇ ਪਿਤਾ, ਮਹਾਰਾਜ ਕਹਿੰਦੇ ਪਾਣੀ ਪਿਤਾ ਹੈ। ਪਾਣੀ ਸਾਰਿਆਂ ਜੀਵਾਂ ਨੂੰ ਜਿਉਂਦਾ ਰੱਖਦਾ ਪਿਆ ਹੈ। ਇਹ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਣੀ ਪਿਤਾ ਹੈ ਜਗਤ ਕਾ, ਪਾਣੀ ਜਗ ਕੋ ਖਾਏ। ਇਸ ਪਾਣੀ ਦੇ ਕਰਕੇ ਜਗਤ ਪੈਦਾ ਹੋਇਆ, ਤੇ ਮਹਾਰਾਜ ਕਹਿੰਦੇ ਇੱਕ ਦਿਨ ਇਹ ਆਏਗਾ ਕਿ ਇਸ ਪਾਣੀ ਦੇ ਵਿੱਚ ਹੀ ਸਾਰਾ ਜਗਤ ਸਮਾ ਜਾਏਗਾ। ਧਰਤੀ ਕਿਸੇ ਐਟਮ ਬੰਬ ਦੇ ਨਾਲ ਨਾਸ਼ ਨਹੀਂ ਹੋਏਗੀ, ਧਰਤੀ ਮਜ਼ੈਲਾਂ ਨਾਲ ਨਾਸ਼ ਨਹੀਂ ਹੋਏਗੀ। ਜਿੱਦਣ ਧਰਤੀ ਦਾ ਨਾਸ਼ ਹੋਏਗਾ ਉਦੋਂ ਪਾਣੀ ਦੇ ਕਰਕੇ ਹੀ ਹੋਏਗਾ। ਪਾਣੀ ਪਿਤਾ ਹੈ, ਪਰ ਪਾਣੀ ਕਰਕੇ ਹੀ ਇਹ ਸਮਾ ਜਾਏਗੀ। ਮਾਤਾ ਧਰਤ ਮਹਤ। ਮਹਾਰਾਜ ਕਹਿੰਦੇ ਨੇ ਧਰਤੀ ਜਿਹੜੀ ਹੈ ਉਹ ਸਾਰਿਆਂ ਦੀ ਵੱਡੀ ਮਾਂ ਹੈ। ਧਰਤੀ ਦਾ ਸੁਭਾਅ ਜਿਵੇਂ ਬੱਚਾ ਮੈਲਾ ਹੋਇਆ ਹੋਵੇ, ਬੱਚਾ ਮਲੀਨ ਹੋ ਕੇ ਗੰਦਗੀ ਦੇ ਵਿੱਚੋਂ ਖੇਡ ਕੇ ਆ ਜਾਏ, ਦੂਸਰਾ ਕੋਈ ਉਹ ਬੱਚੇ ਨੂੰ ਨਹੀਂ ਚੁੱਕੇਗਾ, ਪਰ ਮਾਂ ਫਿਰ ਵੀ ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਕਰੇਗੀ, ਉਹਨੇ ਗੰਦਗੀ ਦੀ ਪਰਵਾਹ ਨਹੀਂ ਕਰੇਗੀ, ਤਾਂ ਵੀ ਉਹਨੂੰ ਚੁੱਕ ਕਰਕੇ ਆਪਣੇ ਕੋਲ ਲੈ ਜਾਏਗੀ। ਸਤਿਗੁਰੂ ਮਹਾਰਾਜ ਕਹਿੰਦੇ ਇਹ ਧਰਤੀ ਮਾਂ ਸਰੂਪ ਹੈ, ਜਿਹਦੇ ਉੱਤੇ ਇਨਸਾਨ ਨੇ ਜੋ ਮਰਜ਼ੀ ਕੀਤਾ, ਭਾਵੇਂ ਇਹਨੂੰ ਪੁੱਟਿਆ, ਭਾਵੇਂ ਇਹਨੂੰ ਗੰਦਾ ਕਰ ਦਿੱਤਾ, ਭਾਵੇਂ ਇਹਦੇ ਉੱਤੇ ਗੰਦਗੀ ਦੇ ਢੇਰ ਲਾ ਦਿੱਤੇ, ਪਰ ਇਹ ਫਿਰ ਵੀ ਧਰਤੀ ਮਾਂ ਦੇ ਵਾਂਗੂ ਹੈ। ਅੰਤ ਵੇਲਾ ਵੀ ਜਿੱਦਣ ਆਇਆ ਕੋਈ ਰੱਖਣ ਨੂੰ ਤਿਆਰ ਨਹੀਂ ਹੋਏਗਾ, ਉਦੋਂ ਵੀ ਧਰਤੀ ਕਹੇਗੀ ਕਿ ਆ ਮੈਂ ਤੈਨੂੰ ਆਪਣੀ ਗੋਦ ਵਿੱਚ ਰੱਖ ਲਵਾਂ। ਸਤਿਗੁਰੂ ਮਹਾਰਾਜ ਕਹਿੰਦੇ ਦਿਵਸ ਰਾਤ ਦੁਈ, ਇਹਨੂੰ ਹੁਣ ਦੋਏ ਨਹੀਂ ਕਹਿਣਾ, ਘੋੜਾ ਨਹੀਂ ਲੱਗਾ, ਦੱਦੇ ਨੂੰ ਔਂਕੜ ਲੱਗਿਆ। ਦਿਵਸ ਰਾਤ ਦੁਈ ਦਾਈ ਦਾਇਆ। ਕਹਿੰਦੇ ਨੇ ਦੋ ਖਿਡਾਵੇ ਦੇ ਦਿੱਤੇ ਇਨਸਾਨ ਨੂੰ, ਇਹ ਕਿਹੜਾ? ਇੱਕ ਦਿਨ ਤੇ ਇੱਕ ਰਾਤ। ਖੇਲਾ ਸਗਲ ਜਗਤ, ਤੇ ਇਹ ਖਿਡਾਵੇ ਦੇ ਅੱਗੇ ਜਿਹੜਾ ਹੈ ਸਾਰਾ ਜਗਤ ਖੇਡਦਾ ਪਿਆ ਹੈ। ਕੋਈ ਰਾਤ ਨੂੰ ਭੱਜਾ ਫਿਰਦਾ ਤੇ ਕੋਈ ਦਿਨ ਨੂੰ ਦੌੜੀ ਜਾਂਦਾ ਹੈ, ਕੋਈ ਦਿਨ ਨੂੰ ਕਮਾਈਆਂ ਕਰੀ ਜਾਂਦਾ ਤੇ ਰਾਤ ਨੂੰ ਸੌਂ ਜਾਂਦਾ, ਕੋਈ ਰਾਤ ਨੂੰ ਜਾਗ ਕੇ ਪੈਸੇ ਇਕੱਠੇ ਕਰਦਾ ਤੇ ਦਿਨੇ ਸੁੱਤਾ ਪਿਆ ਹੋਵੇ। ਮਹਾਰਾਜ ਕਹਿੰਦੇ ਦਿਵਸ ਰਾਤ ਦੁਈ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਜ਼ੂਰ। ਕਹਿੰਦੇ ਨੇ ਧਰਮ ਦੀ ਹਜ਼ੂਰੀ ਵਿੱਚ, ਅਕਾਲ ਪੁਰਖ ਦੀ ਹਜ਼ੂਰੀ ਅੰਦਰ ਧਰਮ ਰਾਜ ਜਿਹੜਾ ਹੈ ਉਹ ਸਾਰਿਆਂ ਦੀਆਂ ਚੰਗਿਆਈਆਂ, ਕੀਤੇ ਹੋਏ ਸ਼ੁਭ ਕਰਮ, ਬੁਰਾਈਆਂ, ਕੀਤੇ ਹੋਏ ਅਸ਼ੁਭ ਕਰਮ, ਇਹ ਸਾਰਿਆਂ ਦੀ ਵਿਚਾਰ ਕੀਤੀ ਜਾਣੀਆਂ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਹਾਰਾਜ ਕਹਿੰਦੇ ਆਪੋ ਆਪਣੇ ਕੀਤੇ ਕਰਮਾਂ ਦਾ ਫਲ ਹੈ ਅਕਾਲ ਪੁਰਖ ਦੇ ਕੋਲੋਂ ਮਿਲਣਾ। ਜਿਨਨੇ ਜੈਸੇ ਕਰਮ ਕੀਤੇ ਉਸਾ ਫਲ ਮਿਲੇਗਾ। ਕਿਸੇ ਨੂੰ ਲਾਗੇ ਮਿਲ ਜਾਂਦਾ ਹੈ ਤੇ ਕਿਸੇ ਨੂੰ ਦੂਰ ਜਾ ਕੇ। ਜਾਂ ਇਸ ਤਰ੍ਹਾਂ ਆਖੋ ਕਿ ਕੀ ਨੇੜੇ, ਕਰਮਾਂ ਦੇ ਕਰਕੇ ਕੋਈ ਰੱਬ ਦੇ ਕੋਲ ਪਹੁੰਚ ਗਿਆ ਤੇ ਕਰਮਾਂ ਦੇ ਕਰਕੇ ਰੱਬ ਤੋਂ ਕਿਸੇ ਦੀ ਦੂਰੀ ਬਣ ਗਈ। ਹੁਣ ਤੁਸੀਂ ਆ ਕੇ ਬੈਠੇ ਹੋ, ਇਹ ਕਰਮ ਆ ਨਾ ਕਿ ਤੁਸੀਂ ਗੁਰੂ ਦੇ ਕੋਲ ਆ ਕੇ ਬੈਠ ਕੇ, ਤੇ ਕਈ ਐਸੇ ਵੀ ਨੇ ਕਿ ਬਾਹਰ ਹੀ ਭੱਜੇ ਫਿਰਦੇ ਨੇ। ਮਹਾਰਾਜ ਕਹਿੰਦੇ ਕਰਮਾਂ ਕਰਕੇ ਕੋਈ ਤੇਰੇ ਨੇੜੇ, ਕਰਮਾਂ ਦੇ ਕਰਕੇ ਹੀ ਤੇਰੇ ਤੋਂ ਦੂਰ। ਚੰਗੇ ਕਰਮ ਕੀਤੇ ਰੱਬ ਦੀ ਨੇੜਤਾ ਮਿਲਦੀ ਜੇ, ਬੁਰੇ ਕਰਮ ਕੀਤਿਆਂ ਰੱਬ ਤੋਂ ਦੂਰ ਹੋ ਜਾਈਦਾ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਸਤਿਗੁਰੂ ਮਹਾਰਾਜ ਕਹਿੰਦੇ ਇਹ ਉਹਨਾਂ ਦੀ ਮਿਹਨਤ ਸੀ। ਇਹ ਨਹੀਂ ਕਿ ਮਿਹਨਤ ਕਰਕੇ ਰੱਬ ਮਿਲਿਆ, ਪਰ ਕਹਿੰਦੇ ਮਿਹਨਤ ਘਾਲਣਾ ਸੀ। ਜਿਨ੍ਹਾਂ ਨੇ ਨਾਮ ਜਪਿਆ ਘਾਲਣਾ ਘਾਲ ਕੇ ਗਏ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਅਕਾਲ ਪੁਰਖ ਦਾ ਨਾਮ ਸਿਮਰਿਆ, ਆਪਣੀ ਮਿਹਨਤ ਜਿਹੜੀ ਸੀ ਉਹਨੂੰ ਸਫਲਾ ਕਰ ਗਏ।
सतगुरु महाराज फिर आखिरी पंक्ति च आखदे ने, नानक ते मुख उजले कीर्ति छुट्टी नाल, जिन्ना नाम जपिया वो तर गए। सतगुरु महाराज कहते ने, तरे तारे गुर सिख, गुरु तरिया है ते वो सिखां नूं तारदा है, जिन्ना नाम जपिया वो भी तरे हुंदे ने ते दूसरे नूं तार दिंदे। एक छोटी जी साखी कह के मैं समाप्ति कर लग्या। जिन्नी नाम ते आया, वैसे साखियां ते सैकड़े ने सारी जिंदगी सुनाई जाओ तो तां भी नहीं मुकदियां। सतगुरु गुरु अर्जन देव महाराज सच्चे पातशाह अमृतसर की धरती के उत्ते ने। हुशियारपुर के इलाके दे विच एक पिंड पैंदा जिंदा नाम सी मंझकी। उत्थों दे रहन वाला एक सिख, पहलों सिख नहीं, उनका नाम सी भाई तीरथा। ते भाई तीरथा जिहड़ा सी वो कबरां नूं मनदा सी। वो सखी सरवड़ जिन्हों लाला वाला पीर आखदे ने, लखां दा दाता आखदे ने, ਉਹ ਪੀਰ ਦੀ ਉਹਨੇ ਪੂਜਾ ਕਰਨੀ, ਘਰ ਦੇ ਵਿੱਚ ਵੀ ਕਬਰ ਬਣਾਈ। ਉਹ ਨਿਗਾਹੇ ਜਾਂਦਾ ਸੀ ਤੇ ਇੱਕ ਦਿਨ ਆਉਂਦਿਆਂ ਹਨੇਰਾ ਹੋ ਗਿਆ। ਹਨੇਰੇ ਕਰਕੇ ਉਹਨੇ ਅੰਮ੍ਰਿਤਸਰ ਰਾਤ ਕੱਟੀ। ਜਦੋਂ ਸਵੇਰ ਹੋਈ, ਕੰਨਾਂ ਦੇ ਵਿੱਚ ਬਾਣੀ ਦੀਆਂ ਪੰਕਤੀਆਂ ਪਈਆਂ। ਪੰਕਤੀਆਂ ਜਦੋਂ ਕੰਨਾਂ ਦੇ ਵਿੱਚ ਪਈਆਂ ਤੇ ਜਾ ਕੇ ਉਹਨੇ ਸੰਗਤ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਮਾਪਤੀ ਕਰਦੇ ਨੇ, महाराज ਨੂੰ सच्चे पातशाह गुरु अर्जन देव जी ਨੂੰ आके आखदा, सच्चे पातशाह महाराज सिੱਖੀ ਚਾਹੀਦੀ ਆ। गुरु अर्जन देव महाराज ਉਹਨਾਂ ਨੂੰ ਪਤਾ ਹੈ, ਕਿਉਂਕਿ ਮਹਾਰਾਜ ਅਸੀਂ ਪੜਦੇ ਕਰਦੇ ਆ, ਸਤਿਗੁਰੂ ਦੇ ਕੋਲ ਕੋਈ ਪੜਦਾ ਨਹੀਂ। गुरु अर्जन देव सच्चे पातशाह महाराज कहते ने, सरवर के मरीद तुम अहे इत सिੱਖੀ दुर्लभ एह। महाराज कहते ने सिੱਖੀ दुर्लभ है। एक पासे तू कबरां नूं पूजदा है, दूजे पासे सिੱਖੀ मंगदा पिया है। एक म्यान दे विच दो तलवारां नहीं पै सकदियां। सिੱਖੀ दे उत्ते सिੱਖੀ नहीं टिक सकदी। अज असीं टिकाई बैठे हां, अज असीं सारे काम कर लैंदे हां। जे विआह करना हुंदा है ते आनंद कारज गुरु की हजूरी विच, फिर ईसाई तरीके नाल रिंग पा लैनी, फिर जिहड़ा सी जयमाला हिंदू तरीके नाल पा लैनी। असीं सारे विआह इकट्ठे करदे ने, एक विआह दे विच 4-5 तरह दे कर लैंदे आ। सतगुरु महाराज पातशाह कहंदे ने सिੱਖੀ दे उत्ते सिੱਖੀ नहीं टिक सकदी। सतगुरु महाराज हुक्म, महाराज कहंदे जे सिੱਖੀ चाहीदी आ ते कबरां पूजणीਆਂ छड्डणीਆਂ पैणगीਆਂ। घरे गया, जांदे कबर ढा दित्ती। पिंड दे लोग चौधरी कहंदे सी, भाई मंझ चौधरी आखना। ਉਹਨਾਂ ਨੇ ਚੌਧਰੀ ਕਹਿਣਾ ਤੇ ਛੱਡਿਆ ਰਿਸ਼ਤੇ ਨਾਤੇ ਤੋੜ ਦਿੱਤੇ। ਕੋਈ ਹੁਣ ਸਾਂਝ ਨਹੀਂ ਰਹੀ। ਮੱਝਾਂ ਗਾਵਾਂ ਵੀ ਲੋਕੀ ਖੋਲ ਕੇ ਲੈ ਗਏ। ਗਰੀਬੀ ਆ ਗਈ, ਪਰ ਸਿੱਖੀ ਨਹੀਂ ਛੱਡੀ। ਇੱਕ ਦਿਨ ਸਤਿਗੁਰੂ ਮਹਾਰਾਜ ਕੁਝ ਮਹੀਨੇ ਬੀਤ ਚੁੱਕੇ ਆ, ਗਰੀਬੀ ਦੇ ਵਿੱਚ ਜਿਉਂਦਿਆਂ ਸਤਿਗੁਰੂ ਮਹਾਰਾਜ ਜੀ ਨੇ ਚਿੱਠੀ ਲਿਖੀ। ਗੁਰੂ ਅਰਜਨ ਦੇਵ ਜੀ ਨੇ ਇੱਕ ਸਿੱਖ ਨੂੰ ਚਿੱਠੀ ਦੇ ਕੇ ਕਿਹਾ ਕਿ ਜਦੋਂ ਭਾਈ ਮੰਝ ਨੂੰ ਚਿੱਠੀ ਦਵੇਗਾ, ਕਹਿਣਾ ਇਹ ਚਿੱਠੀ ਦੀ ਜਿਹੜੀ ਭੇਟਾ ਹੈ ਇਹ 100 ਰੁਪਇਆ ਏ, ਇਹ ਪਹਿਲੋਂ ਭੇਟਾ ਦੇਗਾ ਤੇ ਤਾਂ ਚਿੱਠੀ ਮਿਲਣੀ ਆ। ਚਿੱਠੀ ਲੈ ਕੇ ਗਿਆ। ਉਸ ਸਿੱਖ ਨੇ ਜਦੋਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਚਿੱਠੀ ਭੇਜੀ, ਅੱਖਾਂ 'ਚ ਨੀਰ ਭਰ ਆਇਆ ਕਿ ਸਤਿਗੁਰੂ ਤੂੰ ਅਜੇ ਵੀ ਯਾਦ ਰੱਖਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਲਿਆਓ ਚਿੱਠੀ। ਉਹ ਕਹਿੰਦਾ ਨਹੀਂ ਜੀ, ਮਹਾਰਾਜ ਨੇ ਕਿਹਾ ਸੀ 100 ਰੁਪਇਆ ਭੇਟਾ ਪਹਿਲੋਂ ਲੈਣੀ ਹੈ। ਘਰ ਵਾਲੀ ਨੂੰ ਭੇਜਿਆ, ਘਰ 'ਚ 100 ਰੁਪਇਆ ਨਹੀਂ ਸੀ ਹੈ। ਸ਼ੌਹਕਾਰ ਦੇ ਘਰੇ ਭੇਜਿਆ ਕਿ ਕਿਸੇ ਤਰੀਕੇ ਨਾਲ 100 ਰੁਪਇਆ ਲੈ ਕੇ ਆਓ। ਘਰ ਵਾਲੀ ਨੇ ਕਿਹਾ ਸ਼ੌਹਕਾਰ ਜੀ, ਸੇਠ ਦੀ ਸਾਰੀ ਉਮਰ ਫ੍ਰੀ ਨੌਕਰੀ ਕਰਾਂਗੇ, ਤੁਹਾਡੀ ਸੇਵਾ ਕਰਾਂਗੇ, ਇੱਕ 100 ਰੁਪਇਆ ਤੁਸੀਂ ਉਧਾਰਾ ਦੇ ਦਿਓ। ਉਹ 100 ਰੁਪਇਆ ਲੈ ਕੇ ਆਈ। ਸਿੱਖ ਨੂੰ 100 ਰੁਪਇਆ ਦਿੱਤਾ। ਭਾਈ ਮੰਝ ਜੀ ਨੇ ਚਿੱਠੀ ਲੈ ਕੇ ਤੇ ਉਹਨੂੰ ਮੱਥੇ ਦੇ ਨਾਲ ਲਾਇਆ। ਚਿੱਠੀ ਨੂੰ ਚੁੰਮਿਆ ਕਿ ਮੇਰੇ ਸਤਿਗੁਰੂ ਮਹਾਰਾਜ ਜੀ ਦੀ ਚਿੱਠੀ ਹੈ। ਖੋਲ ਕੇ ਪੜ੍ਹੀ। ਮਹਾਰਾਜ ਨੇ ਲਿਖਿਆ ਸੀ, ਭਾਈ ਮੰਝ ਤੇਰੀ ਇੱਥੇ ਅੰਮ੍ਰਿਤਸਰ ਦੇ ਵਿੱਚ ਸੇਵਾ ਵਾਸਤੇ ਲੋੜ ਆ, ਇੱਕ 500 ਰੁਪਇਆ ਤੇ ਆਪ ਹਾਜ਼ਰ ਹੋਵੋ ਸੇਵਾ ਦੇ ਵਿੱਚ। ਪਹਿਲਾਂ 100 ਫੜਿਆ, ਫਿਰ ਆਪਣੀ ਘਰਵਾਲੀ ਨੂੰ ਕਿਹਾ ਕਿ ਮਹਾਰਾਜ ਨੇ ਸੇਵਾ ਮੰਗਾਈ ਤੇ ਮੈਂ ਵੀ ਜਾਣਾ ਹੈ। ਉਹਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਜਾਓ। ਛੋਟੀ ਜੀ ਉਹਦੀ ਧੀ ਹੈ ਭਾਈ ਮੰਝ ਦੀ, ਉਹ ਫਿਰ ਗਈ ਸ਼ੌਹਕਾਰ ਦੇ ਕੋਲ, ਕਿਹਾ ਕਿ ਕੱਲੀ ਮੈਂ ਨਹੀਂ, ਮੇਰੀ ਧੀ ਵੀ ਤੁਹਾਡੀ ਸੇਵਾ ਕਰਾਂਗੇ ਸਾਰੀ ਉਮਰ, ਸਾਨੂੰ ਇੱਕ 500 ਰੁਪਇਆ ਹੋਰ ਦੇਵੋ। 500 ਰੁਪਇਆ ਲਿਆ। ਭਾਈ ਮੰਝ ਅੰਮ੍ਰਿਤਸਰ ਆਇਆ। ਭਾਈ ਮੰਝ ਅੰਮ੍ਰਿਤਸਰ ਆ ਕੇ ਤੇ ਲੰਗਰ ਦੇ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ। ਲੱਕੜਾਂ ਲੈ ਕੇ ਆਉਣੀਆਂ ਤੇ ਲੰਗਰ ਚ ਪਾ ਦੇਣੀਆਂ। ਇੱਕ ਦਿਨ ਸਤਿਗੁਰੂ ਮਹਾਰਾਜ ਕਹਿੰਦੇ ਮੰਝ ਲੰਗਰ ਕਿੱਥੋਂ ਛਕਦਾ?
ਕਹਿੰਦੇ ਵੀ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਲੰਗਰ 'ਚ ਛਕਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹਨੂੰ ਕਹਿਣਾ ਕਿ ਜੇ ਲੰਗਰ 'ਚੋਂ ਪ੍ਰਸ਼ਾਦਾ ਛਕਿਆ ਫਿਰ ਤੇ ਸੇਵਾ ਦਾ ਮੁੱਲ ਲੈ ਲਿਆ, ਜਿੰਨੀਆਂ ਕੁ ਲੱਕੜਾਂ ਲਿਆਂਦੀ ਉਹਨਾਂ ਪ੍ਰਸ਼ਾਦਾ ਛਕ ਲਿਆ, ਕੀ ਫਾਇਦਾ ਸੇਵਾ ਦਾ। ਪਰ ਉਹ ਡਰਿਆ ਨਹੀਂ, ਘਬਰਾਇਆ ਨਹੀਂ ਕਿ ਮਹਾਰਾਜ ਨੇ ਪ੍ਰਸ਼ਾਦੇ ਤੋਂ ਰੋਕਤਾ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਕਿੰਨੇ ਬੇਅੰਤੇ ਹੋ, ਮੇਰੀ ਘੱਲ ਨਾ ਕਿਤੇ ਨਿਰਫਲ ਨਾ ਚਲੀ ਜਾਏ, ਤੁਸੀਂ ਮੈਨੂੰ ਅੱਜ ਫਿਰ ਬਚਾਤਾ। 2 ਪੰਡਾਂ ਲੱਕੜਾਂ ਦੀਆਂ ਲਿਆਉਣੀਆਂ, ਇੱਕ ਲੰਗਰ 'ਚ ਪਾ ਦੇਣੀ, ਇੱਕ ਵੇਚ ਕੇ ਤੇ ਜਿੰਨੇ ਕੁ ਪੈਸੇ ਉਹਦੇ ਆਉਣੇ ਉਹਦਾ ਪ੍ਰਸ਼ਾਦਾ ਆਪ ਤਿਆਰ ਕਰਕੇ ਛਕਣਾ। ਦੇਖੋ ਸਤਿਗੁਰੂ ਮਹਾਰਾਜ ਕਹਿੰਦੇ ਸਿੱਖ ਕਿਵੇਂ ਤਾਰਦਾ ਹੈ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਕਿਵੇਂ ਉਹਨਾਂ ਦੇ ਨਾਲ ਛੁੱਟਣਗੇ। ਭਾਈ ਮੰਝ ਇੱਕ ਦਿਨ ਲੱਕੜਾਂ ਲੈ ਕੇ ਆਏ, ਤੁਸੀਂ ਅੰਮ੍ਰਿਤਸਰ ਜਾਓ ਤੇ ਅੰਮ੍ਰਿਤਸਰ ਬਿਲਕੁਲ ਤਰਨਤਾਰਨ ਵਾਲੇ ਪਾਸੇ ਭਾਈ ਮੰਝ ਦਾ ਖੂਹ ਆ, ਅੱਜ ਵੀ ਮੌਜੂਦ। ਭਾਈ ਮੰਝ ਲੱਕੜਾਂ ਲੈ ਕੇ ਆਏ, ਰਾਤ ਦਾ ਸਮਾਂ, ਹਨੇਰੀ ਚੱਲੇ, ਪਤਾ ਨਹੀਂ ਲੱਗਿਆ ਖੂਹ ਦੇ ਵਿੱਚ ਡਿੱਗ ਪਏ। ਲੱਕੜਾਂ ਚੁੱਕ ਕੇ ਫਿਰ ਸਿਰ ਤੇ ਰੱਖ ਲਿਆ, ਸਾਰੀ ਰਾਤ ਉਸ ਖੂਹ ਦੇ ਵਿੱਚ ਖਲੋਤੇ ਰਹੇ। ਤੇ ਜਦੋਂ ਸਵੇਰ ਹੋਈ ਖੂਹ ਚੋਂ ਪਾਣੀ ਦਾ ਛੱਟਾ ਮਾਰਿਆ ਮੂੰਹ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਬਾਣੀ ਪੜ੍ਹਦਿਆਂ ਉੱਚੀ ਆਵਾਜ਼ 'ਚ ਪੜ੍ਹਦੇ ਸੀ। ਕੋਈ ਲਾਗੋਂ ਦੀ ਲੰਘਿਆ ਤੇ ਜਦੋਂ ਲਾਗੋਂ ਦੀ ਲੰਘਿਆ ਤੇ ਉਹਨੇ ਸੁਣਿਆ ਕਿ ਕੋਈ ਸਿੱਖ ਲੱਗਦਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਜਾ ਕੇ ਦੱਸਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਆਏ, ਰੱਸਾ ਸੁੱਟ ਕੇ ਕਹਿੰਦੇ ਭਾਈ ਮੰਝ ਰੱਸਾ ਫੜ ਤੇ ਬਾਹਰ ਆ ਜਾ। ਭਾਈ ਮੰਝ ਕਹਿੰਦੇ ਨਹੀਂ ਪਹਿਲਾਂ ਲੱਕੜਾਂ ਕੱਢੋ ਤੇ ਫਿਰ ਬਾਹਰ ਆਵਾਂਗਾ। ਲੱਕੜਾਂ ਕੱਢੀਆਂ, ਭਾਈ ਮੰਝ ਨੂੰ ਬਾਹਰ ਕੱਢਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਤੇਰੀ ਸੇਵਾ ਸਫਲ, ਦੱਸ ਕੀ ਚਾਹੀਦਾ ਹੈ। ਸਤਿਗੁਰੂ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਇੰਨੇ ਕਰੜੇ ਪਰਚੇ ਨਾ ਸਿੱਖਾਂ ਦੇ ਪਾਇਆ ਕਰੋ। ਸਤਿਗੁਰੂ ਮਹਾਰਾਜ ਹੱਸ ਕੇ ਆਖਦੇ ਨੇ ਜੇ ਮੰਗਿਆ ਵੀ ਤੇ ਦੂਸਰਿਆਂ ਵਾਸਤੇ। ਮਹਾਰਾਜ ਦੇ ਫਿਰ ਉੱਥੇ ਬਚਨ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਧ ਥਾ ਜਗ ਲੰਘਨ ਹਾਰਾ। ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਗੁਰੂ ਤਾਰ ਦਿੰਦਾ ਨਾ ਗੁਰ ਜਹਾਜ਼, ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ। ਸਤਿਗੁਰੂ ਮਹਾਰਾਜ ਕਹਿੰਦੇ ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸਤ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਕੁਨ, ਅਗਨ ਕਟੇ ਸਭ ਤੇਰੇ ਗੁਰਨੈਣ। ਬੈਨ ਗੁਰ ਗੁਰ ਕਰਹੁ, ਗੁਰੂ ਸਤ ਕਬ ਨਾਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਕਿਆਤ ਸੰਸਾਰ ਮੈਂ। ਕਹਿੰਦੇ ਭਾਈ ਮੰਝ ਜਿਵੇਂ ਗੁਰੂ ਸਿੱਖਾਂ ਨੂੰ ਤਾਰਦਾ, ਜਿਹੜਾ ਸਿੱਖਾਂ ਦੀ ਵੀ ਸੰਗਤ ਕਰ ਲਏਗਾ, ਜਿਹੜੇ ਆਪ ਤਰੇ ਨੇ ਉਹ ਦੂਜਿਆਂ ਨੂੰ ਵੀ ਤਾਰ ਦਿੰਦੇ ਨੇ। ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਜਿਨ੍ਹਾਂ ਨਾਮ ਜਪਿਆ ਉਹਨਾਂ ਦੀ ਘੱਲ ਨਾ ਸਫਲ ਹੋਈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਧੰਨ ਗੁਰੂ ਨਾਨਕ ਦੇਵ ਆਖਦੇ ਨੇ ਤੇ ਮੁਖ ਉਜਲੇ। ਕਿਹੜੇ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੇ ਮੁਖ ਉਜਲੇ ਹੋਏ ਕੀਤੀ ਛੁੱਟੀ ਨਾਲ, ਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਵੀ ਤਰ ਗਏ। ਇੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਸੰਪੂਰਨਤਾ ਕੀਤੀ। ਸਤਿਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਸਮੇਂ ਦੇ ਅਨੁਸਾਰ ਜਿਤਨਾ ਕੁ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਆ, ਇਸ ਅਸਥਾਨ ਤੇ ਬੈਠ ਕੇ ਆਪ ਸੰਗਤ ਦੇ ਚਰਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ। ਜਪਜੀ ਸਾਹਿਬ ਜੀ ਦੀ ਕਥਾ ਵਿਸਥਾਰ ਤੇ ਬਹੁਤ ਮੰਗਦੀ ਹੈ, ਪਰ ਜਿੰਨਾ ਸਮਾਂ ਆਪਾਂ ਯਤਨ ਕੀਤਾ ਤੇ ਇਹ ਵੀ ਨਹੀਂ ਦਾਵਾ ਕੋਈ ਕਿ ਜਿੰਨੀ ਕੁ ਆਪਾਂ ਕਥਾ ਕਰ ਲਈ ਸ਼ਾਇਦ ਇਹੀ ਅਖੀਰ ਹੈ। ਸਭ ਤੋਂ ਜ਼ਿਆਦਾ ਟੀਕੇ ਜਿਹੜੇ ਨੇ ਉਹ ਜਪਜੀ ਸਾਹਿਬ ਦੀ ਬਾਣੀ ਦੇ ਹੋਏ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਹ ਬਾਣੀ ਅਥਾਹ ਸਮੁੰਦਰ ਹੈ। ਇਹਨੂੰ ਕੋਈ ਵੀ ਬਿਆਨ ਕਰੀ ਜਾਏ, ਸਾਰੀ ਉਮਰ ਪੜ੍ਹੀ ਜਾਏ, ਸਾਰੀ ਉਮਰ ਇਹਦੀ ਵਿਚਾਰ ਕਰੀ ਜਾਏ ਤੇ ਤਾਂ ਵੀ ਕੋਈ ਇਹਨੂੰ ਸੰਪੂਰਨ ਰੂਪ ਦੇ ਵਿੱਚ ਨਹੀਂ ਆਖ ਸਕਦਾ। ਸੋ ਜਿੰਨੇ ਕੁ ਦਿਨ ਸੀ ਉਹਨਾਂ ਦੇ ਅਨੁਸਾਰ ਆਪ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ। ਅੱਜ ਦੀ ਅਖੀਰਲੀ ਹਾਜ਼ਰੀ ਸੀ ਸ਼ਾਮ ਦੀ। ਹੁਣ ਇੱਕ ਹਾਜ਼ਰੀ ਕੇਵਲ ਐਤਵਾਰ ਦੀ ਦੁਪਹਿਰਾਂ ਦੀ ਹੈ। ਉਸ ਤੋਂ ਬਾਅਦ ਵਿੱਚ ਆਪ ਸੰਗਤ ਤੋਂ ਵਿਦਿਆ। ਅਗਲੇ ਸਮਾਗਮ ਜਿਹੜੇ ਨੇ ਉਹ ਵਾਲਸਾਲ ਗੁਰਦੁਆਰਾ ਸਾਹਿਬ ਹੈ। ਫਿਰ 2 ਵੀਕ ਲਾਸਟ ਅਖੀਰਲੀਆਂ ਮੇਰੀਆਂ ਨੇ ਵਿਦਨ ਹਾਲ ਦੇ ਵਿੱਚ ਹੋਣੀਆਂ ਨੇ। ਜਿੰਨਾ ਸਮਾਂ ਸਤਿਗੁਰੂ ਮਹਾਰਾਜ ਨੇ ਇਸ ਧਰਤੀ ਦੇ ਵਿਦੇਸ਼ ਦੇ ਵਿੱਚ ਬਖਸ਼ਿਆ, ਉਹਨਾਂ ਸਮਾਂ ਆਪ ਸੰਗਤ ਦੇ ਵਿੱਚ ਰਹਿ ਕਰਕੇ ਵਿਚਰਨ ਦਾ ਸੁਭਾਗ ਪ੍ਰਾਪਤ ਹੋਇਆ। ਬੋਲਦਿਆਂ ਹੋਇਆਂ ਅਨੇਕਾਂ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਆਪ ਸੰਗਤ ਨੇ ਅਥਾਹ ਪਿਆਰ ਦਿੱਤਾ।
बहुत घर वर्गा ही माहौल इत्थे महसूस होया और सच्ची करके दिलों आखदा कि मैं आप सारी ही संगत दा ऋणी हाँ जिन्होंने टिक करके सतगुरु महाराज जी की हजूरी में बैठ करके विचार सरवण किए और सतगुरु महाराज ने कृपा करके ये जपजी साहब की कथा जी सी वो संपूर्ण करवाई है। होइयां बेअदब भुलां दी खिमा सारिਆਂ ਦਾ हार्दिक तौर पर धन्यवाद। असीस बख्शियो अरदास करियो कि सतगुरु महाराज पातशाह इसी तरह सेवा लेंदे रहन। फिर जो समा बनया सतगुरु महाराज इस धरती ते लैके आउणगे आप संगत दे चरण परसांगे। होइयां बेअदब भुलां दी खिमा सारिਆਂ ਦਾ धन्यवाद। कोटान कोट शुकर धन गुरु ग्रंथ साहिब महाराज पातशाह जी का। सतगुरु महाराज पातशाह जी कृपा रहम करन बख्शो आसीस मिलाओ फतेह। वाहिगुरु जी का खालसा वाहिगुरु जी की फतेह। बोले सो निहाल। tam भाई बंद है देखो अभी 6 नंबर दबो 6 नंबर वो चिट्टा करना Tantan saisi membuat saksi hadirin juga di grup sesalaji petang tawagi bakshan wahiguru ji ka khalsa wahiguru ji ki fateh। धन्यवाद शुक्राना कोटान धन्यवाद तांतन साहिब मुगल साहब जी का जिन्होंने कृपा बख्शिश द्वारा ये जो सत्संग करने को सभी बख्शिश और सफल बनाए। सो आप सारे संतान भी तह दिल धन्यवाद है जो दूरों में जो चल के इस पावन स्थान पे आए हो। बहुत बहुत धन्यवाद है ज्ञानी अमरिंदर सिंह जी तथा राज्य मोहजी साहब दरबार साहब श्री साहब तो जिन्होंने आज लगभग तीसरा वीक है जो उन्होंने जपजी साहब की कथा उच्चारण संतन जोड़िया। बहुत बहुत धन्यवाद है ज्ञानी मेरा जिन्होंने बहुत ही सुचज तरीके जपजी साहब की विचार संतन सरल करवाए। असि इन्होंने जितना भी धन्यवाद करिए उतना ही घट है। बाणी गुरु साहब कहते हैं बिन भागा सत सने न लगे बिन सने ते मैल पई जियो। बिना भागा ने इस सत्संग ने लगती। सो गुरु साहब की बहुत बख्शिश है बहुत कृपा है जो भाई साहब ने सारे को भेजा और सारे संतान की तह दिल धन्यवाद है जो भाई साहब जी के विचार गुरबाणी जो जोड़े सन आप जी ने सरल किए। सो तह दिलों भाई साहब का धन्यवाद है। सो गुरु साहब तो एक परफेक्ट हो समझा रहे हैं बिना नाल क्यों छुटिए जे जाने कोई गुरुमुख होए ता छुटिए मनुख पत खोए। सो गुरु साहब ऐसे गुरुमुख जो गुरबाणी नाल विचार करके संतान गुरबाणी नाल जोड़ते हैं। सो और असी भी कोशिश करिए इस गुरबाणी नाल जुड़िए जो असी गुरुद्वारे आके जो गुरबाणी श्रवण करते हैं असी उसको मान के अपने जीवन में ढाल के असी ताई साडा मनुख का जन्म सफल हो सकता है। जब तक असी गुरबाणी को सुनांगे मनांगे नहीं साडा किया है जो कर्म है ये सफल नहीं होएगा। सो गुरु साहब बाणी में समझाते हैं हे मनुख ये जो मानव जन्म तुम्हें मिला है ये सिर्फ नाम जपने वास्ते 184 जोड़ सदाई मानस को पर दी बढ़ाई इस पावली ते जो लग टूटे सो आए गए दुख पाएगा। सो ये जो मनुख का जन्म तहे की तरह सफल है जैसे गुरबाणी सुन के उसे विचार करके उसे मन के अपने जीवन में डालेंगे गुरबाणी के रास्ते चलेंगे तो ही सारा किया है जन्म सफल होएगा। सो असी तरवादी है पैसा का अमरिंदर सिंह जी सो गुरु का वालों अति आप सारे संतां वालों भाई साहब का बहुत बहुत धन्यवाद है। सो और एक अरदास करिए हे धन साहब से मुगल साहब जी भाई साहब ने चढ़ती कला वाला जीवन तंदुरुस्ती वाला जीवन तो इसी तरह ही संतान गुरबाणी नाल जोड़ते रहन। और जयकारे जी बोलना भाई साहब का जो शुक्राना करिए जो इन्होंने 3 हफ्ते तो लगातार इस स्थान पे कथा की है। बोले सो निहाल।
ਚੁੱਕਾ ਹੈ। ਸੋ ਆਓ ਸਾਰੇ ਹੋ ਅਰਦਾਸ ਵਿੱਚ ਜੁੜ ਕੇ ਫਿਰ ਹੁਕਮਨਾਮੇ ਦੀ ਸਾਂਝ ਕਰੀਏ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ